ਅਤੇ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਗਜ਼ਾਮ ਕੇਅਰ 14  ਦੇ। ਅਤੇ ਜਿਵੇਂ ਕਿ ਸਭ ਨੂੰ ਪਤਾ ਹੈ, ਆਪਣੀਆਂ ਲਾਈਵ ਕਲਾਸਾਂ #RD ਠਰੂਆ ਸਟੱਡੀ, ਇਸ ਦੇ ਉੱਪਰ ਆਪਣੀ ਲਾਈਵ ਕਲਾਸ ਚੱਲਦੀਆਂ ਨੇ ਡੇਲੀ। ਸ਼ਾਮ ਦੇ 7 ਵਜੇ ਹਿਸਟਰੀ ਦੀ ਕਲਾਸ ਹੁੰਦੀ ਹੈ ਅਤੇ 9 ਵਜੇ ਪੋਲਿਟੀ ਦੀ ਕਲਾਸ ਹੁੰਦੀ ਹੈ ਮਾਸਟਰ ਕੈਡਰ ਦੇ ਨਾਲ ਸੰਬੰਧਿਤ। ਜੇਕਰ ਕਿਸੇ ਵੀ ਵੀਰ ਭੈਣ ਭਰਾ ਨੇ ਲਾਈਵ ਕਲਾਸ ਅਟੈਂਡ ਕਰਨੀ ਹੈ ਜਾਂ ਮਾਸਟਰ ਕੈਡਰ ਨਾਲ ਸੰਬੰਧਿਤ ਵੀਡੀਓਜ਼ ਦੇਖਣੀਆਂ ਨੇ ਤਾਂ ਉਹ ਇਹਨਾਂ ਆਪਣੇ ਚੈਨਲ 'ਤੇ ਵਿਜ਼ਿਟ ਕਰ ਸਕਦਾ ਹੈ। ਫ੍ਰੀ ਆਫ ਕੋਸਟ, ਕੋਈ ਐਕਸਟਰਾ ਚਾਰਜ ਜਾਂ ਸਰਚਾਰਜ ਤੁਹਾਡੇ ਤੋਂ ਨਹੀਂ ਲਿਆ ਜਾਵੇਗਾ। ਕਾਫੀ ਮਹੱਤਵਪੂਰਨ ਕਲਾਸਾਂ ਨੇ, ਦੁਬਾਰਾ ਫਿਰ ਨੋਟ ਕਰ ਲਿਓ। #RD THARUA ਸਟੱਡੀ, ਇਹ ਸਰਚ ਕਰੋਗੇ YouTube ਦੇ ਉੱਪਰ ਸਿਰਫ ਇੱਕੋ ਇੱਕ ਨਾਮ ਆਏਗਾ। ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਇਹ ਤੁਹਾਡੀ ਮਰਜ਼ੀ ਹੈ। ਜਸਟ ਤੁਸੀਂ ਆਪਦੀ ਵੀਡੀਓ ਦੇਖੇ, ਉਹਦੇ ਨਾਲ ਕੀ ਹੈ, ਤੁਹਾਡਾ ਜਿਹੜਾ ਕੋਈ ਵੀ ਗਰੀਬ ਭੈਣ ਭਰਾ ਹੈਗਾ ਜਿਹਦੀ ਪਹੁੰਚ ਨਹੀਂ ਹੈਗੀ ਕੋਚਿੰਗ ਸੈਂਟਰ ਤੱਕ, ਉਹਦੇ ਕੋਲ ਜਸਟ ਮਟੀਰੀਅਲ ਪਹੁੰਚਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਮੇਰੇ ਵੱਲੋਂ ਕੀਤੀ ਜਾ ਰਹੀ ਹੈ। ਵੀ ਚਲੋ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਵੀਰ ਭੈਣ ਭਰਾ ਦਾ ਕੀ ਹੈ ਪੇਪਰ ਕਲੀਅਰ ਹੋ ਗਿਆ। ਤਾਂ ਹੁਣ ਜਿਹੜੀ ਅੱਜ ਆਪਾਂ ਚਰਚਾ ਕਰਨ ਵਾਲੇ ਹਾਂ ਸਿੰਧੂ ਘਾਟੀ ਸੱਭਿਅਤਾ ਦੀ, NCERT ਦੀ ਬੁੱਕ ਨੇ। ਆਪਾਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਲਗਭਗ ਦੱਸਣ ਦੀ ਕੋਸ਼ਿਸ਼ ਕਰਾਂਗੇ। ਪਿਛਲੀ ਵੀਡੀਓ ਜੇਕਰ ਤੁਸੀਂ ਦੇਖੀ ਹੋਊਗੀ ਤਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਚਰਚਾ ਕਰ ਲਈ ਸੀਗੀ ਕਿਵੇਂ ਦਇਆ ਰਾਮ ਸਾਹਨੀ ਤੱਕ ਆਪਾਂ ਪਹੁੰਚੇ। ਅਤੇ ਜਿਹੜਾ ਹੁਣ ਆਪਾਂ ਕਰ ਰਹੇ ਸੀਗੇ ਖੇਤਰਾਂ ਦੇ ਉੱਪਰ ਗੱਲ ਆ ਗਈ ਸੀ ਵੀ ਜਿਹੜਾ ਸਿੰਧੂ ਘਾਟੀ ਸੱਭਿਅਤਾ ਦਾ ਖੇਤਰ ਦਾ ਜਿਹੜਾ ਆਕਾਰ ਹੈ ਉਹ ਸੀਗਾ ਤ੍ਰਿਭੁਜ ਆਕਾਰ। ਤ੍ਰਿਭੁਜ ਆਕਾਰ ਦੇ ਵਿੱਚ ਆਪਾਂ ਨੇ ਦੇਖਿਆ ਕਿ ਕਾਫੀ ਮਹੱਤਵਪੂਰਨ ਚੀਜ਼ਾਂ ਸੀਗੀਆਂ ਕਿ ਆਪਣਾ ਸਭ ਤੋਂ ਜੇਕਰ ਪੱਛਮੀ ਛੋਰ ਦੇਖੀਏ ਤਾਂ ਆਪਾਂ ਨੂੰ ਇਹ ਮਿਲਦਾ ਹੈ ਅਫਗਾਨਿਸਤਾਨ ਅਤੇ ਪਾਕਿਸਤਾਨ ਜਾਂ ਈਰਾਨ ਦੇ ਬਾਰਡਰ 'ਤੇ। ਅਤੇ ਇੱਧਰ ਜੇਕਰ ਆਪਾਂ ਦੈਮਾਬਾਦ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੇ ਵਿੱਚ ਵਿਚਕਾਰ ਆਪਣਾ ਪੂਰਬ ਦੇ ਵੱਲ ਇੱਕ ਆਪਣਾ ਇਸ ਟਾਈਪ ਦਾ ਜਿਹੜਾ ਇਹ ਬਣਦਾ ਹੈ ਕਿ ਲਗਭਗ ਇਸ ਟਾਈਪ ਦੇ ਤਰੀਕੇ ਨਾਲ ਇਹ ਫੈਲੀ ਹੋਈ ਸੀਗੀ ਸਭਿਅਤਾ। ਉੱਪਰ JK ਦੇ ਵਿੱਚ ਮਾਂਡਾ, ਮਹਾਰਾਸ਼ਟਰ ਦੇ ਵਿੱਚ ਦੈਮਾਬਾਦ, UP ਦੇ ਵਿੱਚ ਆਲਮਗੀਰਪੁਰ, ਅਤੇ ਇਸੇ ਤਰ੍ਹਾਂ ਆਪਣਾ ਆਪਾਂ ਦੇਖਦੇ ਹਾਂ ਇੱਧਰ ਈਰਾਨ ਦੇ ਬਾਰਡਰ ਦੇ ਉੱਪਰ ਜਿਹੜੇ ਅਫਗਾਨਿਸਤਾਨ ਜਾਂ ਕਾਫੀ ਖੇਤਰ ਸੀਗੇ ਜਿਹੜੇ ਇੱਧਰ ਦਾਸ਼ਕ ਨਦੀ ਦੇ ਉੱਪਰ। ਇੱਧਰ ਦਾਸ਼ਕ ਨਦੀ ਹੈ ਜਿਹੜੀ ਸਭ ਤੋਂ ਪੱਛਮੀ ਨਦੀ ਆਪਾਂ ਕਹਿ ਸਕਦੇ ਹਾਂ। ਸਭ ਤੋਂ ਪੂਰਬੀ ਨਦੀ ਹਿੰਡਨ ਨਦੀ ਦੇ ਲਈ ਹੈ ਅਤੇ ਸਭ ਤੋਂ ਦੱਖਣੀ ਨਦੀ ਗੋਦਾਵਰੀ ਹੈ ਅਤੇ ਸਭ ਤੋਂ ਉੱਤਰੀ ਨਦੀ ਜਿਹੜੀ ਹੈ ਉਹ ਚੇਨਾਬ ਹੈ। ਇੰਨੀ ਕੁ ਜਾਣਕਾਰੀ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਸਿੰਧੂ ਘਾਟੀ ਸੱਭਿਅਤਾ ਦੇ ਨਾਲ ਸੰਬੰਧਿਤ ਜਿਹੜੀ ਉਹ ਕੀਤੀ ਸੀਗੀ। ਅਤੇ ਜੇਕਰ ਕੋਈ ਵੀ ਹੈਗਾ ਆਪਣੇ ਕਲਾਸਿਸ ਜਿਹੜਾ ਅਟੈਂਡ ਕਰਨਾ ਚਾਹੁੰਦਾ ਹੈ ਤਾਂ ਫ੍ਰੀ ਆਫ ਕੋਸਟ ਕਲਾਸਾਂ ਨੇ। ਕੋਈ ਇਹੋ ਜਿਹਾ ਇੰਨਾ ਕੋਈ ਲਾਲਚ ਨਹੀਂ ਹੈਗਾ ਤੁਹਾਡੇ ਤੋਂ ਵੀ ਤੁਸੀਂ ਵੀਡੀਓ ਲਾਈਕ ਕਰਨੀ ਹੈ ਜਾਂ ਸ਼ੇਅਰ ਕਰਨੀ ਹੈ ਫਿਰ ਹੀ ਤੁਸੀਂ ਵੀਡੀਓ ਦੇਖਣੀ ਹੈ ਜਾਂ ਤੁਹਾਡੇ ਕੋਲ ਆਊਗਾ। ਜਸਟ ਤੁਸੀਂ ਵੀਡੀਓ ਨੂੰ ਦੇਖੋ ਅਤੇ ਜੇਕਰ ਤੁਹਾਨੂੰ ਵਧੀਆ ਲੱਗਦਾ ਤਾਂ ਚੈਨਲ 'ਤੇ ਬਣੇ ਰਹੋ, ਨਹੀਂ ਲੱਗਦਾ ਹੋਰ ਬਥੇਰੇ ਪਲੇਟਫਾਰਮ ਨੇ। ਅਤੇ ਸਾਡੀ ਤਾਂ ਇੱਕੋ ਇੱਕ ਡਿਮਾਂਡ ਹੈ ਅਤੇ ਇੱਕੋ ਇੱਕ ਟਾਰਗੇਟ ਹੈ, ਜਿਹੜਾ ਬੱਚਾ ਕਿਸੇ ਵੀ ਰੀਜ਼ਨ ਕਾਰਨ ਕੋਚਿੰਗ ਸੈਂਟਰ ਤੱਕ ਨਹੀਂ ਪਹੁੰਚ ਰਿਹਾ ਉਸ ਦਾ ਐਤਕੀ ਆਪਾਂ ਨੇ ਮਾਸਟਰ ਕੈਡਰ ਪਾਸ ਕਰਵਾਉਣਾ ਹੈ। ਮਾਸਟਰ ਕੈਡਰ ਉਹਦਾ ਐਤਕੀ ਪਾਸ ਕਰਵਾਉਣਾ ਹੈ ਅਤੇ ਇਹ ਸਾਡਾ ਟਾਰਗੇਟ ਹੈ। ਹੁਣ ਜਿਹੜੇ ਆਪਾਂ ਗੱਲ ਕਰਦੇ ਹਾਂ ਇੱਟਾਂ ਬਣ ਕੇ ਅਸਥੀਆਂ, ਲਗਭਗ ਇਹ ਮਹੱਤਵਪੂਰਨ ਵਰਡਿੰਗ ਹੈ ਜਿਹੜੀ ਆਪਾਂ ਸਿੰਧੂ ਘਾਟੀ ਸੱਭਿਅਤਾ ਦੇ ਬਾਰੇ ਗੱਲ ਕਰਦੇ ਹਾਂ। ਅਤੇ ਇਸੇ ਕ੍ਰਮ ਦੇ ਵਿੱਚ ਅੱਗੇ ਵੱਧਦੇ ਹੋਏ ਆਪਾਂ ਨੇ ਦੇਖਿਆ ਕਿ ਸਿੰਧੂ ਘਾਟੀ ਸੱਭਿਅਤਾ ਦੇ ਵਿੱਚ ਜਿਹੜੀਆਂ ਮੋਹਰਾਂ ਦੀ ਗੱਲ ਕੀਤੀ ਸੀਗੀ ਉਹ ਸੇਲ ਖੜੀ ਦੀਆਂ ਬਣੀਆਂ ਸੀਗੀਆਂ। ਸੇਲ ਖੜੀ ਦੀਆਂ ਮੋਹਰਾਂ ਬਣੀਆਂ ਸੀਗੀਆਂ ਅਤੇ ਇਹਨਾਂ ਦੇ ਉੱਪਰ ਚਿੱਤਰ ਬਣਾਏ ਹੋਏ ਸੀਗੇ, ਲਿਪੀ ਦੇ ਚਿੰਨ੍ਹ ਸੀਗੇ। ਉਹਨਾਂ ਨੂੰ ਹਾਲੇ ਤੱਕ ਪੜ੍ਹਿਆ ਨਹੀਂ ਗਿਆ ਅਤੇ ਕਾਫੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਕਾਫੀ ਸਾਰੀਆਂ ਚੀਜ਼ਾਂ ਆਪਾਂ ਨੂੰ ਪ੍ਰਾਪਤ ਹੋਈਆਂ ਨੇ, ਚਾਹੇ ਉਹ ਭਾਂਡੇ ਲਗਾ ਲਓ, ਚਾਹੇ ਇਹ ਗਹਿਣੇ ਲਗਾ ਲਓ, ਚਾਹੇ ਔਜ਼ਾਰ ਲਗਾ ਲਓ, ਚਾਹੇ ਮੋਹਰਾਂ ਲਗਾ ਲਓ। ਇਹ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਤੋਂ ਹੀ ਅਨੁਮਾਨ ਲਗਾਇਆ ਜਾਂਦਾ ਹੈ। ਕੋਈ ਪੱਕਾ ਹਾਲੇ ਇਹਨਾਂ ਦਾ ਵਿਵਰਣ ਨਹੀਂ ਹੈਗਾ ਵੀ ਵਾਕਈ ਦੇ ਵਿੱਚ ਇਹੋ ਜਿਹਾ ਕੁਛ ਸਿੰਧੂ ਘਾਟੀ ਸੱਭਿਅਤਾ ਦੇ ਵਿੱਚ ਸੀਗਾ। ਜਸਟ ਕੁਛ ਮਿਲ ਜਾਂਦਾ ਤਾਂ ਉਸ ਦੇ ਉੱਪਰ ਇਤਿਹਾਸਕਾਰ ਕੀ ਹੈ ਅਨੁਮਾਨ ਲਗਾਉਣ ਲੱਗ ਜਾਂਦੇ ਨੇ ਵੀ ਸ਼ਾਇਦ ਇਸ ਸੱਭਿਅਤਾ ਦੇ ਵਿੱਚ ਇਸ ਤਰ੍ਹਾਂ ਦਾ ਕੁਛ
ਰਿਹਾ ਹੋਵੇਗਾ। ਤਾਂ ਇਹ NCERT ਦੀ 12ਵੀਂ ਕਲਾਸ ਦੀ ਬੁੱਕ ਹੈ, ਜਿਹਦੀ ਆਪਾਂ ਲਗਭਗ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਜਿਹੜਾ ਮਹੱਤਵਪੂਰਨ ਤੱਥ ਇੱਕ ਹੋਰ ਆਪਾਂ ਨੂੰ ਮਿਲਦਾ ਹੈ, ਉਹ ਇਹਦੇ ਟਾਈਮ ਪੀਰੀਅਡ ਤੋਂ ਮਿਲਦਾ ਵੀ 2600 ਤੋਂ ਲੈ ਕੇ ਲਗਭਗ 1900 ਈਸਾ ਪੂਰਵ ਤੱਕ ਦਾ ਜਿਹੜਾ ਟਾਈਮ ਹੈ NCERT ਦੇ ਅਨੁਸਾਰ ਇਸ ਦਾ ਦੱਸਿਆ ਜਾਂਦਾ ਹੈ। ਅਤੇ ਆਪਾਂ ਨੇ ਦੇਖਿਆ ਅਫਗਾਨਿਸਤਾਨ ਦੇ ਵਿੱਚ ਜੰਮੂ, ਬਲੋਚਿਸਤਾਨ, ਪਾਕਿਸਤਾਨ, ਗੁਜਰਾਤ, ਇਹਨਾਂ ਸਾਰੇ ਖੇਤਰਾਂ ਦੇ ਵਿੱਚ ਲਗਭਗ ਇਹ ਸੱਭਿਅਤਾ ਦਾ ਕੀ ਹੈ ਵਿਵਸਥਾ ਸੀਗਾ। ਅਤੇ ਜਿਹੜੇ ਇਹਦੇ ਨਾਮ ਦੇ ਬਾਰੇ ਜ਼ਿਕਰ ਹੈ ਉਹ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਰ ਲਿਆ ਸੀਗਾ ਵੀ ਇਹਦਾ ਨਾਮ ਕਿਉਂ ਦਿੱਤਾ ਗਿਆ, ਕੀ ਇਹ ਕਾਰਨ ਰਹੇ ਨੇਗੇ, ਕਿਹੜੇ ਕਿਹੜੇ ਨਾਮ ਇਸ ਨੂੰ ਦਿੱਤੇ ਗਏ ਨੇਗੇ, ਕਿਸ ਇਤਿਹਾਸਕਾਰ ਨੇ ਕਿਉਂ, ਕੀ ਰੀਜ਼ਨ ਰਿਹਾ, ਉਹ ਸਾਰੀਆਂ ਗੱਲਾਂ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਰ ਲਈ ਸੀਗੀ। ਹੁਣ ਜਿਹੜਾ ਮਹੱਤਵਪੂਰਨ ਚੀਜ਼ ਹੈ, ਇਸ ਨੂੰ ਪਰਵਰਤੀ ਹੜੱਪਾ ਜਾਂ ਪਹਿਲੀ ਹੜੱਪਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਕੀ ਹੋਇਆ, ਮਣਕੇ, ਬੱਟੇ, ਫਲਕ, ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋਈਆਂ ਨੇ। ਠੀਕ ਹੈ, ਮਣਕੇ ਪ੍ਰਾਪਤ ਹੋ ਗਏ ਚਹੂੰਦੜੇ ਦੇ ਵਿੱਚੋਂ, ਵੱਟੇ ਪ੍ਰਾਪਤ ਹੋਏ ਨੇਗੇ ਤੋਲ ਮਾਪ ਦੇ ਆਪਣੇ ਲੋਥਲ ਦੇ ਵਿੱਚੋਂ, ਫਲਕਾਂ ਪ੍ਰਾਪਤ ਹੋਈਆਂ ਨੇ, ਕਾਫੀ ਸਾਰੀਆਂ ਚੀਜ਼ਾਂ ਨੇ। ਜੇਕਰ ਆਪਾਂ ਦੇਖੀਏ ਤਾਂ ਕਾਫੀ ਮਹੱਤਵਪੂਰਨ ਚੀਜ਼ਾਂ ਦੀ ਪ੍ਰਾਪਤੀ ਤੋਂ ਬਾਅਦ ਅੰਦਾਜ਼ਾ ਲਗਾਇਆ ਜਾਂਦਾ ਹੈ ਵੀ ਇਹ ਕੋਈ ਆਮ ਸੱਭਿਅਤਾ ਨਹੀਂ ਸੀਗੀ, ਕੋਈ ਆਮ ਸੱਭਿਅਤਾ ਨਹੀਂ ਸੀ, ਕਿ ਸੁਵਿਵਸਥਿਤ ਤਰੀਕੇ ਨਾਲ ਇੱਕ ਸੰਸਕ੍ਰਿਤੀ ਦੇ ਤੌਰ 'ਤੇ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਵਿਸ਼ਿਸ਼ਟ ਸ਼ੈਲੀ ਦੇ ਇਹ ਸੱਭਿਅਤਾ ਸੀਗੀ। ਇਹਦੇ ਹਰੇਕ ਭੂਗੋਲਿਕ ਕਾਲਖੰਡ ਤੋਂ ਕੁਛ ਨਾ ਕੁਛ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਹੁਣ ਅਗਲੀ ਜਿਹੜੀ ਕਹਾਣੀ ਹੈ ਵੀ ਇਹਦਾ ਆਰੰਭ ਕਿਵੇਂ ਹੋਇਆ, ਇਹਦੇ ਨਿਰਵਾਹ ਦੇ ਤਰੀਕੇ ਕੀ ਸੀਗੇ, ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿੰਧੂ ਘਾਟੀ ਸੱਭਿਅਤਾ ਦੇ ਬਾਰੇ ਸਾਨੂੰ ਜਾਣਨ ਦੇ ਲਈ ਜਿਹੜੀਆਂ ਜਾਣਕਾਰੀਆਂ ਨੇ ਸਾਡੇ ਪੇਪਰ ਦੇ ਨਾਲ ਸੰਬੰਧਿਤ ਨੇ। ਜੇਕਰ ਆਪਾਂ ਅਫਗਾਨਿਸਤਾਨ ਦੇ ਵਿੱਚ ਗੱਲ ਕਰੀਏ, ਅਫਗਾਨਿਸਤਾਨ ਦੇ ਵਿੱਚ ਆਪਾਂ ਨੂੰ ਇੱਥੇ ਦੋ ਸਥਾਨ ਪ੍ਰਾਪਤ ਹੋਏ ਨੇਗੇ। ਇੱਕ ਤਾਂ ਹੈਗਾ ਮੁੰਡੀਗਾਕ, ਅਤੇ ਇੱਕ ਹੈਗਾ ਸੁਰਤਗੋਈ। ਇਹ ਜਿਹੜੇ ਸਥਾਨ ਨੇ ਆਪਾਂ ਨੂੰ ਅਫਗਾਨਿਸਤਾਨ ਤੋਂ ਮਿਲੇ ਨੇਗੇ। ਪਾਕਿਸਤਾਨ ਦੇ ਵਿੱਚ 3 ਮੁੱਖ ਖੇਤਰ ਨੇਗੇ, ਬਲੋਚਿਸਤਾਨ ਹੈ, ਇੱਕ ਆਪਣਾ ਹੈਗਾ ਸਿੰਧ, ਇੱਕ ਹੈਗਾ ਪੰਜਾਬ ਪ੍ਰਾਂਤ। ਅਤੇ ਦੱਖਣੀ ਬਲੋਚਿਸਤਾਨ ਦੇ ਵਿੱਚ ਸੁਤਕਾਂਗੇਡੋਰ, ਸੁਤਕਾਹਗੋ, ਡਾਬਰਕੋਟ ਅਤੇ ਬਾਲਾਕੋਟ ਇਹ ਮਹੱਤਵਪੂਰਨ ਸਥਾਨ ਸੀਗੇ। ਸਿੰਧ ਪ੍ਰਾਂਤ ਦੇ ਵਿੱਚ ਜਿਹੜਾ ਆਪਾਂ ਦੇਖਦੇ ਹਾਂ ਮੋਹਨਜੋਦੜੋ ਅਤੇ ਚਹੂੰਦੜੋ, ਇਹ ਚਹੂੰਦੜੋ ਬਾਰੇ ਪੁੱਛਿਆ ਜਾ ਸਕਦਾ ਹੈ, ਚਹੂੰਦੜੋ ਕਿੱਥੇ ਹੈ। ਚਹੂੰਦੜੋ ਦੇ ਵਿੱਚ ਆਪਾਂ ਨੂੰ ਮਿਲਿਆ ਮਣਕਿਆਂ ਦਾ ਕਾਰਖਾਨਾ ਮਿਲਿਆ, ਇਹ ਆਪਣਾ ਸਿੰਧ ਪ੍ਰਾਂਤ ਦੇ ਵਿੱਚ ਹੈ। ਸਿੰਧ ਪ੍ਰਾਂਤ ਦੇ ਵਿੱਚ ਹੀ ਆਪਾਂ ਨੂੰ ਮਿਲਿਆ ਮੋਹਨਜੋਦੜੋ, ਜਿਸ ਨੂੰ ਮੁਰਦਿਆਂ ਦਾ ਟਿੱਲਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਅਮਰੀ ਅਤੇ ਕੋਟ ਦੀਜੀ ਵੀ ਸਿੰਧ ਪ੍ਰਾਂਤ ਦੇ ਪ੍ਰਮੁੱਖ ਸਥਲ ਨੇ। ਅਤੇ ਜੇਕਰ ਪੰਜਾਬ ਪ੍ਰਾਂਤ ਦੀ ਗੱਲ ਕਰੀਏ, ਪਾਕਿਸਤਾਨ ਦੇ ਵਿੱਚ ਪੰਜਾਬ ਪ੍ਰਾਂਤ ਦੇ ਵਿੱਚ ਸਿਰਫ ਆਪਾਂ ਨੂੰ ਪ੍ਰਾਪਤ ਹੋਇਆ ਹੜੱਪਾ, ਜਿਹੜਾ ਰਾਵੀ ਨਦੀ ਦੇ ਕਿਨਾਰੇ ਹੈ, ਅਤੇ ਜਿਹੜਾ ਮੋਹਨਜੋਦੜੋ ਉਹ ਸਿੰਧ ਨਦੀ ਦੇ ਕਿਨਾਰੇ ਸਥਲ ਹੈ। ਹੁਣ ਭਾਰਤ ਦੇ ਵਿੱਚ ਆਪਾਂ ਨੇ ਜ਼ਿਕਰ ਕੀਤਾ ਸੀਗਾ ਜੰਮੂ ਸਭ ਤੋਂ ਉੱਤਰੀ ਸਿਰਾ, ਜੰਮੂ ਦਾ ਮਾਂਡਾ, ਇਹ ਜਿਹੜਾ ਚਨਾਬ ਨਦੀ ਦੇ ਕਿਨਾਰੇ ਹੈ। ਅਤੇ ਜੇਕਰ ਆਪਾਂ ਯੂਪੀ ਦੀ ਗੱਲ ਕਰੀਏ, ਆਲਮਗੀਰਪੁਰ ਇਹ ਆਪਣਾ ਹਿੰਡਨ ਨਦੀ ਦੇ ਕਿਨਾਰੇ ਹੈ। ਅਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਕਰਮ ਦੇ ਵਿੱਚ ਚੱਲਦੇ ਹੋਏ ਜੇਕਰ ਆਪਾਂ ਦੇਖੀਏ ਤਾਂ ਮਹਾਰਾਸ਼ਟਰ ਦੇ ਵਿੱਚ ਆਪਣੇ ਕੋਲ ਦੈਮਾਬਾਦ ਹੈ, ਅਤੇ ਇਹ ਹੈਗਾ ਆਪਣਾ ਗੋਦਾਵਰੀ ਨਦੀ ਦੇ ਕਿਨਾਰੇ। ਅਤੇ ਇਸੇ ਤਰ੍ਹਾਂ ਜੇਕਰ ਪੱਛਮ ਦੇ ਵਿੱਚ ਦੇਖੀਏ, ਆਪਾਂ ਪੱਛਮ ਵੱਲ ਚੱਲੀਏ ਤਾਂ ਦਾਸਕ ਨਦੀ ਦੇ ਕਿਨਾਰੇ ਜਿਹੜਾ ਸੁਤਕਾਂਗੇਡੋਰ ਹੈ ਉਹ ਆਪਾਂ ਨੂੰ ਮਿਲਦਾ, ਲਗਭਗ ਬਲੋਚਿਸਤਾਨ ਦੇ ਵਿੱਚ ਹੈਗਾ ਇਹ, ਹੈ ਨਾ। ਤਾਂ ਇਸ ਤਰ੍ਹਾਂ ਉੱਤਰੀ ਰਾਜਸਥਾਨ ਦੇ ਵਿੱਚ ਕਾਫੀ ਸਾਰੇ ਸਥਾਨ ਪ੍ਰਾਪਤ ਹੋਏ ਨੇ, ਜਿਵੇਂ ਕਾਲੀਬੰਗਾ ਦੀ ਜਦੋਂ ਜ਼ਿਕਰ ਆਉਂਦਾ ਹੈ ਤਾਂ ਕਾਲੀਬੰਗਾ ਦੇ ਬਾਰੇ ਆਪਾਂ ਨੂੰ ਪਤਾ ਇੱਥੇ ਵਾਹੇ ਹੋਏ ਖੇਤ ਜਾਂ ਜੁਤੇ ਹੋਏ ਖੇਤ ਇੱਥੋਂ ਪ੍ਰਾਪਤ ਹੋਏ ਨੇਗੇ, ਅਤੇ ਜਿਹੜੀਆਂ ਤਿਰਛੀਆਂ ਜਾਂ ਹਲ ਰੇਖਾਵਾਂ ਇੱਥੇ ਪ੍ਰਾਪਤ ਹੋਈਆਂ ਨੇ। ਅਤੇ ਇੱਕ ਜਿਹੜਾ ਸੀਗਾ ਸਹਾਰਨਪੁਰ ਦੇ ਵਿੱਚ ਬੜਾ ਗਾਉਂ ਅਤੇ ਹੁਲਾਸ। ਬੜਾ ਗਾਉਂ ਕਈ ਵਾਰ ਪੁੱਛਿਆ ਜਾਂਦਾ ਹੈ, ਇਹ ਕਾਫੀ ਮਹੱਤਵਪੂਰਨ ਸਥਲ ਹੈ ਪੱਥਰੀ ਯੁੱਗ ਦਾ ਅਤੇ ਸਿੰਧੂ ਘਾਟੀ ਸੱਭਿਅਤਾ ਦਾ ਬੜਾ ਗਾਉਂ। ਇਹ ਬੜਾ ਗਾਉਂ ਹੈ ਜਿਹੜਾ ਇਹ ਸਹਾਰਨਪੁਰ ਜ਼ਿਲ੍ਹੇ ਦੇ ਵਿੱਚ ਇਹ ਪੈਂਦਾ ਹੈ। ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਜਿਹੜੇ ਖੇਤਰ ਨੇਗੇ ਉਹਨਾਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ,
ਲਗਭਗ ਜਦੋਂ ਜ਼ਿਕਰ ਕਰਦੇ ਹਾਂ ਗੁਜਰਾਤ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਇੱਥੋਂ ਪ੍ਰਾਪਤ ਹੋਈਆਂ ਨੇ। ਹੁਣ ਥੋੜ੍ਹੀ ਜਿਹੀ ਜਾਣਕਾਰੀ ਗੁਜਰਾਤ ਤੋਂ ਲੈਣ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਵੀ ਜਿੱਥੇ ਇਹ ਆਰੰਭ ਦੇ ਵਿੱਚ ਪਨਪੀ ਸੀਗੀ, ਹੈ ਨਾ, ਉਹ ਵਿਕਸਿਤ ਤਾਂ ਨਹੀਂ ਸੀਗਾ। ਇੱਥੇ ਕਿਹਾ ਜਾਂਦਾ ਵੀ ਇਹ ਪਿੰਡਾਂ ਤੋਂ ਉੱਭਰ ਕੇ ਇਹ ਅਰਧ ਨਗਰੀ ਹੋਇਆ ਹੋਵੇਗਾ। ਅਰਧ ਨਗਰ ਤੋਂ ਫਿਰ ਇਹ ਨਗਰਾਂ ਦੇ ਵੱਲ ਗਏ ਹੋਣਗੇ। ਇਹਨਾਂ ਨੇ ਆਪਣੇ ਭੋਜਨ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਸੀਗੀਆਂ ਅਤੇ ਮੱਛਲੀ ਵੀ ਇਹਨਾਂ ਦੇ ਭੋਜਨ ਦੇ ਵਿੱਚ ਕੀ ਸੀਗੀ, ਸ਼ਾਮਿਲ ਸੀਗੀ। ਅਤੇ ਅਨਾਜ ਬੀਜਾਂ ਦਾ ਅਤੇ ਹੋਰ ਕਾਫੀ ਸਾਰੀਆਂ ਜਾਣਕਾਰੀਆਂ ਜਿਹੜੀਆਂ ਹੋਰ ਆਦਤਾਂ ਦੇ ਬਾਰੇ ਆਪਾਂ ਨੂੰ ਇਹਨਾਂ ਦੀ ਜਾਣਕਾਰੀ ਮਿਲਦੀ ਹੈ। ਹੁਣ ਇੱਥੇ ਕੀ ਹੈ ਪੂਰੀ ਬਨਸਪਤੀ ਬਾਰੇ। ਹੁਣ ਮੱਛਲੀ ਜਿਹੜਾ ਹੈ, ਮੱਛਲੀ ਸ਼ਬਦ ਹੈ, ਉਹ ਆਪਾਂ ਨੂੰ ਵੈਦਿਕ ਕਾਲ ਦੇ ਵਿੱਚ ਨਹੀਂ ਮਿਲਦਾ, ਵੈਦਿਕ ਕਾਲ ਦਾ ਵਿੱਚ ਨਹੀਂ ਮਿਲਦਾ। ਇਸ ਕਰਕੇ ਥੋੜ੍ਹਾ ਮੱਛਲੀ ਸ਼ਬਦ ਨੂੰ ਇੰਪੋਰਟੈਂਟ ਹੋ ਜਾਂਦਾ ਵੀ ਇਹ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਵਰਤਿਆ ਗਿਆ ਸੀਗਾ। ਹੁਣ ਇੱਥੇ ਇੱਕ ਹੋਰ ਮਹੱਤਵਪੂਰਨ ਚੀਜ਼ ਹੈ ਵੀ ਜਿਹੜੇ ਬਾਜਰੇ ਦੇ ਦਾਣੇ ਨੇਗੇ ਉਹ ਗੁਜਰਾਤ ਦੇ ਵਿੱਚੋਂ ਪ੍ਰਾਪਤ ਹੋਏ ਨੇਗੇ। ਗੁਜਰਾਤ ਤੋਂ ਬਾਜਰੇ ਦੇ ਦਾਣੇ ਪ੍ਰਾਪਤ ਹੋਏ ਨੇਗੇ। ਉਸ ਤੋਂ ਬਾਅਦ ਆਪਾਂ ਨੂੰ ਕਣਕ ਪਤਾ ਹੈ, ਚਾਵਲ ਪਤਾ ਹੈ, ਅਤੇ ਕਪਾਹ ਵੀ ਸਭ ਤੋਂ ਪਹਿਲਾਂ ਇੱਥੇ ਹੀ ਮੇਹਰਗੜ੍ਹ ਦੇ ਵਿੱਚ ਜਿਹੜੀ ਸੀਗੀ ਬੀਜੀ ਗਈ ਸੀਗੀ। ਹੁਣ ਜਾਨਵਰਾਂ ਦਾ ਦੇਖੀਏ ਜੇਕਰ ਆਪਾਂ ਭੇਡ, ਬੱਕਰੀ, ਸੂਅਰ, ਮੱਝ ਅਤੇ ਇਹਨਾਂ ਸਾਰੀਆਂ ਦੀ ਹੱਡੀ ਹੈ ਜਿਹੜੀ ਉਹ ਪ੍ਰਾਪਤ ਹੋਈਆਂ ਨੇ। ਸੂਅਰ ਦੇ ਬਾਰੇ, ਘੜਿਆਲ ਦੇ ਬਾਰੇ ਵੀ ਕਾਫੀ ਸਾਰੀਆਂ ਜਾਣਕਾਰੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਨੇ। ਹੁਣ ਜਦੋਂ ਗੱਲ ਕਰਦੇ ਨੇਗੇ ਗੁਜਰਾਤ ਦੀ, ਗੁਜਰਾਤ ਦਾ ਜਿਹੜਾ ਖੇਤਰ ਹੈ ਉਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਵੰਡਿਆ ਜਾਂਦਾ ਖੰਭਾਤ ਦੀ ਖਾੜੀ, ਖੰਭਾਤ ਦੀ ਖਾੜੀ 'ਤੇ ਇੱਕ ਵੰਡਿਆ ਜਾਂਦਾ ਕੱਛ ਦੀ ਖਾੜੀ 'ਤੇ। ਹੁਣ ਦੋਨਾਂ ਦੇ ਵਿੱਚ ਕਾਫੀ ਮਹੱਤਵਪੂਰਨ ਜਿਹੜੇ ਸਥਾਨ ਨੇਗੇ ਉਹ ਹੈਗੇ ਨੇ। ਖੰਭਾਤ ਦੀ ਖਾੜੀ ਦੇ ਵਿੱਚ ਜਿਹੜਾ ਮਹੱਤਵਪੂਰਨ ਸਥਾਨ ਹੈ ਉਹ ਹੈਗਾ ਆਪਣਾ ਲੋਥਲ। ਅਤੇ ਕੱਛ ਦੀ ਖਾੜੀ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਤਿੰਨ ਪ੍ਰਮੁੱਖ ਸਥਾਨ ਨੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਇੱਕ ਤਾਂ ਹੈਗਾ ਦੇਸਲਪੁਰ, ਦੇਸਲਪੁਰ, ਅਤੇ ਇੱਕ ਹੈਗਾ ਆਪਣਾ ਸੁਰਕੋਟੜਾ, ਸੁਰਕੋਟੜਾ, ਅਤੇ ਇੱਕ ਹੈਗਾ ਆਪਣੇ ਕੋਲ ਧੋਲਾਵੀਰਾ। ਧੋਲਾਵੀਰਾ ਤੋਂ ਵੱਡਾ ਜਲਾਸ਼य ਇੱਥੋਂ ਪ੍ਰਾਪਤ ਹੋਇਆ। ਅਤੇ ਲੋਥਲ ਆਪਣਾ ਹੈਗਾ ਖੰਭਾਤ ਦੀ ਖਾੜੀ ਦੇ ਖੇਤਰ ਦੇ ਵਿੱਚ। ਖੰਭਾਤ ਦੀ ਖਾੜੀ ਦੇ ਖੇਤਰ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਲੋਥਲ, ਰੰਗਪੁਰ, ਲੋਥਲ, ਰੰਗਪੁਰ, ਰੋਜਦੀ, ਪ੍ਰਭਾਸ਼, ਪਾਟਲ, ਭਰਤਗਾਓਂ, ਨਾਗੇਸ਼ਵਰ, ਕੋਤਾਂਸੀ, ਮੇਘਮ, ਸ਼ਿਕਾਰਪੁਰ, ਇਹ ਸਾਰੇ ਜਿਹੜੇ ਨੇਗੇ ਖੰਭਾਤ ਦੀ ਖਾੜੀ ਦੇ ਵਿੱਚ ਮਹੱਤਵਪੂਰਨ ਨੇਗੇ। ਹੁਣ ਜਿਹੜੀ ਪ੍ਰਮੁੱਖ ਚੀਜ਼ ਆਪਾਂ ਨੂੰ ਸਿੰਧੂ ਘਾਟੀ ਸੱਭਿਅਤਾ ਬਾਰੇ ਜਿਹੜੀ ਦੇਖਣ ਨੂੰ ਮਿਲਦੀ ਹੈ, ਇਹ ਲਗਭਗ ਤ੍ਰਿਭੁਜ ਆਕਾਰ ਦਾ ਇਹ ਖੇਤਰ ਸੀਗਾ। ਅਤੇ ਆਪਾਂ ਨੇ ਇਹਦੇ ਉੱਤਰੀ ਪੂਰਬੀ ਸਾਰੇ ਸ਼ੋਰ ਆਪਾਂ ਨੇ ਇਹਦੀ ਗੱਲ ਕਰ ਲਏ ਨੇਗੇ। ਤਾਂ ਹੁਣ ਜਿਹੜੀ ਇਹਦੀ ਉੱਤਰ ਤੋਂ ਦਕਸ਼ਣ ਤੱਕ ਦੀ ਦੂਰੀ ਹੈ ਉਹ ਲਗਭਗ 1400 ਕਿਲੋਮੀਟਰ ਦੀ ਜਿਹੜੀ ਹੈ ਉਹ ਕੀਤੀ ਗਈ ਹੈ। ਅਨੁਮਾਨ ਜਿਹਦਾ ਲਗਾਇਆ ਗਿਆ ਵੀ ਲਗਭਗ 1400 ਕਿਲੋਮੀਟਰ ਦਾ ਸਤਲ ਹੈ ਮਾਂਡਾ ਤੋਂ ਲੈ ਕੇ ਦੈਮਾਬਾਦ ਤੱਕ ਦਾ। ਪੱਛਮੀ ਸਤਲ ਆਪਾਂ ਨੇ ਦੇਖਿਆ ਸੁਤਕਾਂਗੇ ਡੋਰ ਹੈ, ਦਾਸ਼ਕ ਨਦੀ ਦੇ ਕਿਨਾਰੇ ਆ, ਬਲੋਚਿਸਤਾਨ ਦੇ ਵਿੱਚ ਆਪਾਂ ਨੂੰ ਮਿਲਿਆ। ਉਸ ਤੋਂ ਬਾਅਦ ਅਤੇ ਜਿਹੜਾ ਦਕਸ਼ਣੀ ਅਤੇ ਪੂਰਬੀ ਦੀ ਜਿਹੜੀ ਸੀਗੀ ਉਹ ਸੀਗੀ 1600 ਕਿਲੋਮੀਟਰ। ਅਤੇ ਇਸੇ ਕਰਕੇ ਇਹ ਕਿਹਾ ਜਾਂਦਾ ਵੀ ਇਹ ਤ੍ਰਿਭੁਜ ਆਕਾਰ ਦੀ ਜਿਹੜੀ ਹੈ ਉਹ ਵਿਵਸਥਾ ਸੀਗੀ। ਹੁਣ ਨਗਰੀ ਯੋਜਨਾਵਾਂ ਦੇ ਵਿੱਚ ਮਹੱਤਵਪੂਰਨ ਚੀਜ਼ ਜਿਹੜੀ ਹੈ ਸ਼ਾਮਿਲ ਹੁੰਦੀ ਹੈ ਉਹ ਆਪਾਂ ਨੂੰ ਜ਼ਿਕਰ ਮਿਲੇਗਾ। ਹੁਣ ਜਿਵੇਂ ਆਪਾਂ ਪਿਛਲੇ ਹੁਣੇ ਗੱਲ ਕੀਤੀ ਸੀਗੀ ਕਿ ਜੁਤੇ ਹੋਏ ਖੇਤ ਆਪਾਂ ਨੂੰ ਪ੍ਰਾਪਤ ਹੋਏ ਨੇਗੇ, ਤਾਂ ਇਹ ਕਾਲੀਬੰਗਾ ਤੋਂ ਪ੍ਰਾਪਤ ਹੋਏ ਨੇਗੇ। ਅਤੇ ਉਸ ਤੋਂ ਬਾਅਦ ਰੇਖਾਵਾਂ, ਮੋਹਰਾਂ ਦੇ ਉੱਪਰ ਬੈਲ ਦੀ ਜਿਹੜੀ ਜਾਣਕਾਰੀ ਹੈ, ਹੁਣ ਇਹ ਚਾਹੀਦਾ ਵੀ ਜਿਹੜਾ ਬ੍ਰਸ਼ਮ ਸੀਗਾ, ਬ੍ਰਸ਼ਮ, ਇਹ ਬੈਲ ਦੇ ਲਈ ਵਰਤਿਆ ਗਿਆ। ਇਹ ਵੀ ਬੈਲ ਦੇ ਰੂਪ ਦੇ ਵਿੱਚ ਇਸ ਨੂੰ ਦਿਖਾਇਆ ਗਿਆ। ਉਸ ਤੋਂ ਬਾਅਦ ਖੇਤ ਜੋਤਣ ਦੇ ਲਈ ਬੈਲਾਂ ਦਾ ਪ੍ਰਯੋਗ ਕੀਤਾ ਗਿਆ, ਹੈ ਨਾ। ਇਸ ਤੋਂ ਬਾਅਦ ਚੋਲਿਸਤਾਨ ਦੀ ਕਈ ਬਨਾਵਲੀ ਦੇ ਵਿੱਚ ਮਿੱਟੀ ਦੇ ਹਲ ਪ੍ਰਾਪਤ ਹੋਏ ਨੇਗੇ, ਮਿੱਟੀ ਦਾ ਬਣਿਆ ਹੋਇਆ ਹਲ। ਅਤੇ ਕਾਲੀਬੰਗਾ ਤੋਂ ਆਪਾਂ ਨੂੰ ਜੁਤੇ ਹੋਏ ਖੇਤ ਪ੍ਰਾਪਤ ਹੋਏ ਨੇਗੇ। ਇੱਥੇ ਕੀ ਹੈ, ਇੱਕ ਰੇਖਾਵਾਂ ਇੱਕ ਦੂਜੇ ਨੂੰ ਸਮੂਹ ਅਤੇ ਸਮਕੋਣ ਦੇ ਉੱਪਰ ਕੱਟਦੀਆਂ ਮਿਲੀਆਂ ਨੇ ਜਿਹੜੀਆਂ ਇਹ ਰੇਖਾਵਾਂ ਨੇ। ਹੁਣ ਫਸਲਾਂ ਦੀ ਕਟਾਈ ਤੋਂ ਪਹਿਲਾਂ ਕਾਫੀ ਸਾਰੇ ਔਜ਼ਾਰ ਜਿਹੜੇ ਪ੍ਰਯੁਕਤ ਕੀਤੇ ਜਾਂਦੇ ਸੀ, ਇਹਨਾਂ ਦੇ ਬਾਰੇ ਜਾਣਕਾਰੀ ਜਟਾਉਣ ਦੇ ਲਈ ਜਿਹੜੇ ਆਪਣੇ ਨੇਗੇ ਇਤਿਹਾਸਕਾਰ ਨੇ ਉਹ ਲਾਮਬੰਦ ਨੇ। ਹੁਣ ਨਗਰ ਯੋਜਨਾਵਾਂ ਦੇ ਵਿੱਚ ਜਦੋਂ ਇਹੋ ਜਿਹੀਆਂ ਗੱਲਾਂ ਦਾ ਜ਼ਿਕਰ ਆਉਂਦਾ ਹੈ ਵੀ ਆਪਾਂ ਨੇ ਦੇਖਿਆ ਵੀ ਹੜੱਪਾ ਸਤਲੁਜ ਤੋਂ ਕੁਝ ਨਹਿਰਾਂ ਦਾ ਵੀ ਜ਼ਿਕਰ ਪ੍ਰਾਪਤ ਹੋਇਆ ਹੈ, ਪਰ ਇਹ ਪੰਜਾਬ ਅਤੇ ਸਿੰਧ ਦੇ ਵਿੱਚੋਂ ਨਹੀਂ ਮਿਲੇ ਹੈਗੇ। ਹੜੱਪਾ ਦੇ ਸਤਰਾਂ ਤੋਂ ਕਿਹੜਾ ਸੀਗਾ, ਅਫਗਾਨਿਸਤਾਨ ਤੋਂ। ਹੁਣ ਨਹਿਰਾਂ ਬਾਰੇ ਕਈ ਵਾਰ ਪ੍ਰਸ਼ਨ ਆ ਸਕਦਾ ਵੀ ਨਹਿਰਾਂ ਤਾਂ ਕਿੱਥੋਂ ਪ੍ਰਾਪਤ ਹੋਈਆਂ ਨੇ, ਤਾਂ ਇਹ ਅਫਗਾਨਿਸਤਾਨ ਤੋਂ ਪ੍ਰਾਪਤ ਹੋਈਆਂ ਨੇ। ਪੰਜਾਬ ਅਤੇ ਸਿੰਧ ਦੇ ਵਿੱਚੋਂ ਇਸ ਦੇ ਬਾਰੇ ਇਹੋ ਜਿਹਾ ਕੁਛ ਜ਼ਿਕਰ ਨਹੀਂ ਮਿਲਦਾ ਹੈਗਾ। ਤਾਂ ਆਪਾਂ ਨੂੰ ਇੱਥੇ ਥੋੜ੍ਹਾ ਜਿਹਾ ਇਹ ਧਿਆਨ ਰੱਖਣਾ ਹੈ, ਇਹ ਜਿਹੜੀਆਂ ਸੀਗੀਆਂ ਸਿੰਧ ਹੀ ਹੈ, ਇੱਕ ਨਦੀ ਹੈ, ਨਾ ਕਿ ਨਹਿਰ ਹੈ।
ਠੀਕ ਹੈ, ਨਦੀ ਹੈ ਅਤੇ ਇਹ ਨਹਿਰ ਨਹੀਂ ਹੈ। ਨਹਿਰਾਂ ਦੇ ਬਾਰੇ ਜਾਣਕਾਰੀ ਇਹ ਸੁਰਤਗੋਈ ਤੋਂ। ਸੁਰਤਗੋਈ ਜਿਹੜਾ ਅਫਗਾਨਿਸਤਾਨ ਦੇ ਵਿੱਚ ਹੈ। ਇੱਕ ਹੋਰ ਸਥਾਨ ਅਫਗਾਨਿਸਤਾਨ ਦੇ ਵਿੱਚ ਮੁੰਡੀਗਾਗ, ਉੱਥੋਂ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋਈਆਂ ਨੇ। ਹੁਣ ਹੜੱਪਾ ਸੰਸਕ੍ਰਿਤੀ ਦੀ ਹੋਰ ਜਿਹੜੀ ਚੀਜ਼ ਹੈ, ਮਹੱਤਵਪੂਰਨ ਚੀਜ਼ ਆਪਾਂ ਨੂੰ ਪ੍ਰਾਪਤ ਹੁੰਦੀ ਹੈ, ਉਹ ਨਗਰ ਯੋਜਨ ਪ੍ਰਣਾਲੀ। ਇਹ ਨਗਰ ਯੋਜਨ ਪ੍ਰਣਾਲੀ ਸੀਗੀ, ਨਗਰੀ ਵਿਵਸਥਾ ਸੀਗੀ ਇਹ। ਇਹਦੇ ਵਿੱਚ ਦੇਖਿਆ ਆਪਾਂ ਨੇ ਲਗਭਗ ਦੁਰਗ ਹੁੰਦੇ ਸੀਗੇ, ਦੁਰਗ ਬਣੇ ਹੁੰਦੇ ਸੀਗੇ, ਅਤੇ ਇੱਕ ਪਾਸੇ ਜਿਹੜਾ ਸੀਗਾ ਨਗਰਾਂ ਦੇ ਵਿੱਚ ਸੀਗਾ, ਦੋਨਾਂ ਪਾਸੇ ਆਪਣੇ ਆਪਣੇ ਦੁਰਗ ਬਣਾਏ ਹੋਏ ਸੀਗੇ ਹੜੱਪਾ ਅਤੇ ਮੋਹਨਜੋਦੜੋ ਨੇ, ਅਤੇ ਜਿਨ੍ਹਾਂ ਦੇ ਵਿੱਚ ਸ਼ਾਸਕ ਵਰਗ ਰਹਿੰਦੇ ਸੀਗੇ। ਅਤੇ ਦੁਰਗ ਦੇ ਬਾਹਰ ਇੱਕ ਨਿਮਨ ਸਤਰ ਦਾ ਦੁਰਗ ਅਤੇ ਨਗਰ ਜਿਸ ਨੂੰ ਕਿਹਾ ਜਾਂਦਾ ਵੀ, ਇੱਕ ਪਾਸੇ ਦੁਰਗ ਹੁੰਦਾ ਸੀਗਾ, ਇੱਕ ਪਾਸੇ ਹੁੰਦਾ ਸੀਗਾ ਨਗਰ। ਅਤੇ ਦੁਰਗ ਦੇ ਵਿੱਚ ਲਗਭਗ ਕਿਹਾ ਜਾਂਦਾ ਜਿਹੜਾ ਸ਼ਾਸਕ ਵਰਗ ਹੈ ਜਾਂ ਉੱਚ ਵਰਗ ਦੇ ਜਿਹੜੇ ਲੋਕ ਰਹਿੰਦੇ ਸੀਗੇ, ਜਿਹੜੇ ਆਮ ਲੋਕ ਨੇ ਸਮਾਜਿਕ, ਠੀਕ ਹੈ, ਤਾਣਾ ਬਾਣਾ ਹੈ ਜਿਹੜਾ, ਉਹ ਬਾਕੀ ਸਾਰੇ ਨਗਰਾਂ ਦੇ ਵਿੱਚ ਰਹਿੰਦੇ ਸੀਗੇ। ਲਗਭਗ ਇਹ ਹੜੱਪਾ ਦੀ ਵੀ ਵਿਸ਼ੇਸ਼ਤਾ ਸੀਗੀ ਅਤੇ ਮੋਹਨਜੋਦੜੋ ਦੀ ਵੀ ਇਹ ਵਿਸ਼ੇਸ਼ਤਾ ਸੀਗੀ। ਇਹ ਲਗਭਗ ਇਹਨਾਂ ਦੇ ਪੱਕੀਆਂ ਇੱਟਾਂ ਦੇ ਮਕਾਨ ਸੀਗੇ ਹਰੇਕ ਨਗਰ ਦੇ ਵਿੱਚ, ਇਸ ਕਰਕੇ ਇਸ ਨੂੰ ਇੱਟਾਂ ਵਾਲੀ ਸਭਿਅਤਾ ਵੀ ਇਸ ਨੂੰ ਕਈ ਵਾਰ ਕਹਿ ਦਿੱਤਾ ਜਾਂਦਾ ਕਾਫੀ ਸਾਰੇ ਇਤਿਹਾਸਕਾਰਾਂ ਦੁਆਰਾ। ਹੁਣ ਇੱਥੇ ਜਿਹੜੀ ਅਗਲੀ ਕਹਾਣੀ ਹੈ, ਸਭ ਤੋਂ ਅਲੱਗ ਚੀਜ਼ ਕੀ ਹੈ, ਇਹਨਾਂ ਦੇ ਵਿੱਚ ਪੱਛਮੀ ਅਤੇ ਪੂਰਬੀ ਜਿਹੜੇ ਦੁਰਗ ਹੁੰਦੇ ਸੀਗੇ, ਦੋ ਭਾਗਾਂ ਦੇ ਵਿੱਚ ਡਿਵਾਈਡ ਹੁੰਦੇ ਸੀਗੇ। ਪਰ ਲੇਕਿਨ ਇੱਥੇ ਕੀ ਹੈ, ਜਿਹੜਾ ਸੁਤਕਾਂਗੇਡੋਰ ਹੈ ਅਤੇ ਚਹੂੰਦੜੋ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ ਚਹੂੰਦੜੋ ਦੀ? ਇੱਕ ਤਾਂ ਇੱਥੇ ਮਣਕਿਆਂ ਦਾ ਕਾਰਖਾਨਾ ਮਿਲਿਆ, ਮਣਕੇ ਮਿਲੇ ਨੇਗੇ, ਅਤੇ ਦੂਜਾ ਇੱਥੇ ਕੀ ਹੈ, ਇੱਥੇ ਕੋਈ ਦੁਰਗ ਦੀ ਪ੍ਰਾਪਤੀ ਨਹੀਂ ਹੋਈ, ਇੱਥੇ ਕੋਈ ਦੁਰਗ ਨਹੀਂ ਸੀਗਾ। ਜੇਕਰ ਆਪਾਂ ਚਹੂੰਦੜੋ ਦੀ ਗੱਲ ਕਰੀਏ, ਇੱਕਮਾਤਰ ਇਹੋ ਜਿਹਾ ਨਗਰ ਹੈ ਜਿਹਦੇ ਵਿੱਚ ਦੁਰਗ ਦੀ ਪ੍ਰਾਪਤੀ ਨਹੀਂ ਹੋਈ ਹੈਗੀ। ਹੁਣ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਜਿੰਨੇ ਵੀ ਆਪਾਂ ਨੂੰ ਆਵਾਸ ਮਿਲੇ ਨੇ ਜਾਂ ਘਰ ਮਿਲੇ ਨੇਗੇ, ਘਰਾਂ ਦੇ ਵਿੱਚ ਆਪਾਂ ਨੂੰ ਆਂਗਣ ਮਿਲਿਆ, ਆਂਗਣ ਦੀ ਪ੍ਰਾਪਤੀ ਹੋਈ ਹੈ, ਅਤੇ ਉਸਦੇ ਵਿੱਚ ਇੱਕ ਕੂਆ ਵੀ ਪ੍ਰਾਪਤ ਹੋਇਆ, ਇਸ਼ਨਾਨ ਘਰ ਪ੍ਰਾਪਤ ਹੋਇਆ, ਅਤੇ ਰਸੋਈ ਘਰ ਪ੍ਰਾਪਤ ਹੋਇਆ। ਇਹ ਕਾਫੀ ਸਾਰੇ ਇਹ ਲਗਭਗ ਇਹ ਸਾਰੀਆਂ ਚੀਜ਼ਾਂ ਹਰੇਕ ਮਕਾਨ 'ਤੇ ਜਿਹੜਾ ਵਧੀਆ ਮਕਾਨ ਪ੍ਰਾਪਤ ਹੋਇਆ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋਈਆਂ ਨੇ। ਪੱਕੀਆਂ ਇੱਟਾਂ ਦੇ ਜਿਹੜੇ ਮਕਾਨ ਨੇ ਉਹ ਪ੍ਰਾਪਤ ਹੋਏ ਨੇਗੇ। ਹੁਣ ਘਰਾਂ ਦੇ ਵਿੱਚ ਦਰਵਾਜ਼ੇ ਜਿਹੜੇ ਸੀਗੇ ਉਹ ਗਲੀਆਂ ਦੇ ਵਿੱਚ ਖੁੱਲ੍ਹਦੇ ਸੀਗੇ, ਸਿਰਫ ਲੋਥਲ ਨੂੰ ਛੱਡ ਕੇ, ਹੈ ਨਾ। ਲੋਥਲ ਦਾ ਕੀ ਸੀਗਾ, ਲੋਥਲ ਦੇ ਜਿਹੜੇ ਦਰਵਾਜ਼ੇ ਨੇਗੇ ਮਕਾਨਾਂ ਦੇ, ਉਹ ਮੇਨ ਸੜਕ ਵੱਲ ਖੁੱਲ੍ਹਦੇ ਸੀਗੇ। ਜਿਵੇਂ ਹਾਂ ਮੰਨ ਲਓ ਕੋਈ GT ਰੋਡ ਹੈ ਤਾਂ GT ਰੋਡ ਦੀ ਤਰਫ ਲੋਥਲ ਦੇ ਦਰਵਾਜ਼ੇ ਖੁੱਲ੍ਹਦੇ ਸੀਗੇ। ਅਦਰਵਾਈਜ਼ ਬਾਕੀ ਨਗਰ ਦੇ ਦਰਵਾਜ਼ੇ ਸੀਗੇ ਸਿਰਫ ਛੋਟੀਆਂ ਗਲੀਆਂ ਦੇ ਵੱਲ ਖੁੱਲ੍ਹਦੇ ਸੀਗੇ, ਮੇਨ ਸੜਕਾਂ ਦੇ ਵੱਲ ਉਹਨਾਂ ਦੇ ਦਰਵਾਜ਼ੇ ਨਹੀਂ ਖੁੱਲ੍ਹੇ ਮਿਲਦੇ। ਲੋਥਲ ਇਹਦਾ ਅਪਵਾਦ ਹੈ ਵੀ ਲਗਭਗ ਖਿੜਕੀਆਂ ਅਤੇ ਦਰਵਾਜ਼ੇ ਮੇਨ ਸੜਕਾਂ ਦੇ ਵੱਲ ਖੁੱਲ੍ਹਦੇ ਮਿਲੇ ਨੇਗੇ ਲੋਥਲ ਦੇ ਵਿੱਚੋਂ। ਪ੍ਰਸ਼ਨ ਇੱਥੋਂ ਹੀ ਬਣਦਾ, ਹੁਣ ਮੋਹਨਜੋਦੜੋ ਜਿਹੜਾ ਹੈ ਸਭ ਤੋਂ ਵੱਡਾ ਨਗਰ ਹੈ, ਮੋਹਨਜੋਦੜੋ ਸਭ ਤੋਂ ਵੱਡਾ ਨਗਰ ਹੈ, ਅਤੇ ਧੋਲਾਵੀਰਾ ਇਸ ਤੋਂ ਬਾਅਦ ਵੱਡਾ ਨਗਰ ਹੈ, ਦੂਜੇ ਨੰਬਰ ਦਾ ਵੱਡਾ ਨਗਰ ਹੈ। ਭਾਵ ਸਭ ਤੋਂ ਵੱਡਾ ਨਗਰ ਮੋਹਨਜੋਦੜੋ, ਉਸ ਤੋਂ ਬਾਅਦ ਲਗਭਗ ਆਪਣਾ ਧੋਲਾਵੀਰਾ ਆਉਂਦਾ। ਇਹਨੂੰ ਸਿੰਧੂ ਦਾ ਬਾਗ ਵੀ ਕਿਹਾ ਜਾਂਦਾ ਹੈ, ਸਿੰਧੂ ਦਾ ਨਕਲੀ ਸਥਾਨ ਵੀ ਇਸਨੂੰ ਕਿਹਾ ਜਾਂਦਾ। ਸਿੰਧ ਦਾ ਬਾਗ, ਠੀਕ ਹੈ, ਜਾਂ ਨਕਲੀ ਸਥਾਨ ਵੀ ਇਸ ਨੂੰ ਕਿਹਾ ਜਾਂਦਾ। ਕਾਫੀ ਸਾਰੇ ਨਾਮ ਨੇ ਮੋਹਨਜੋਦੜੋ ਦੇ, ਮ੍ਰਿਤਕਾਂ ਦਾ ਟਿੱਲਾ, ਮੁਰਦਿਆਂ ਦਾ ਟਿੱਲਾ, ਇਹ ਸਾਰੀਆਂ ਚੀਜ਼ਾਂ। ਹੁਣ ਜਿਹੜਾ ਵੱਡਾ ਇਸ਼ਨਾਨ ਘਰ ਹੈ ਉਹ ਮੋਹਨਜੋਦੜੋ ਦੇ ਵਿੱਚੋਂ ਪ੍ਰਾਪਤ ਹੋਇਆ। ਵੱਡਾ ਇਸ਼ਨਾਨ ਘਰ ਇਹ ਮੋਹਨਜੋਦੜੋ ਦੇ ਵਿੱਚੋਂ ਪ੍ਰਾਪਤ ਹੋਇਆ। ਅਤੇ ਉਸ ਤੋਂ ਬਾਅਦ ਮਾਰਸ਼ਲ ਨੇ ਇਸ਼ਨਾਨ ਘਰ 'ਤੇ ਜਿਹੜਾ ਸੀਗਾ, ਆਪਾਂ ਨੂੰ ਪਤਾ ਹੈ ਜਿਹੜਾ ਜੌਨ ਮਾਰਸ਼ਲ ਹੈ, ਉਸ ਨੂੰ 1924 ਦੇ ਵਿੱਚ ਆਪਣੇ ਪੁਰਾਤੱਤਵ ਵਿਭਾਗ ਦਾ ਕੀ ਸੀਗਾ, ਹੈੱਡ ਬਣਾਇਆ ਗਿਆ ਸੀਗਾ। ਇਸ ਕਰਕੇ ਇਸਨੇ ਕਾਫੀ ਸਾਰੀਆਂ ਜਿਹੜੀਆਂ ਜਾਣਕਾਰੀਆਂ ਸੀਗੀਆਂ ਆਪਣਾ ਸਿੰਧੂ ਘਾਟੀ ਸਭਿਅਤਾ ਦੇ ਬਾਰੇ, ਉਹਨਾਂ ਦਾ ਜ਼ਿਕਰ ਕੀਤਾ। ਅਤੇ ਇਸ ਦਾ ਇੱਕ ਮਹੱਤਵਪੂਰਨ ਸਟੇਟਮੈਂਟ ਇਸ਼ਨਾਨ ਘਰ ਬਾਰੇ ਵੀ ਕਿਹਾ, ਕਹਿੰਦਾ ਵਿਸ਼ਵ ਦੇ ਸਭ ਤੋਂ ਵੱਡਾ ਜਾਂ ਆਸ਼ਚਰਜਨਕ ਜਾਂ ਇੱਕ ਅਜੂਬੇ ਦੇ ਤੌਰ 'ਤੇ ਇਸ ਨੂੰ ਕਿਹਾ। ਹੁਣ ਇਹ ਜਿਹੜਾ ਵੱਡਾ ਇਸ਼ਨਾਨ ਘਰ ਹੈ, ਜੇਕਰ ਆਪਾਂ ਦਿਮਾਗ ਲਗਾਈਏ ਵੀ ਇਹ ਕੀ ਕਾਹਦੇ ਲਈ ਹੋ ਸਕਦਾ ਸੀਗਾ, ਜੇਕਰ ਅੱਜ ਦੇ ਟਾਈਮ ਦੇਖੀਏ ਆਪਾਂ ਵੀ ਨਹਾਉਣ ਦੇ ਕੰਮ ਜਾਂ ਤਾਂ ਧਾਰਮਿਕ ਅਨੁਸ਼ਠਾਨ ਦੇ ਕੰਮ, ਜਾਂ ਫਿਰ ਧਾਰਮਿਕ ਮਹੱਤਵ ਹੁੰਦਾ ਸੀਗਾ ਇੰਨੇ ਵੱਡੇ ਵੱਡੇ ਇਸ਼ਨਾਨ ਜਿਹੜੇ ਨੇਗੇ, ਚਾਹੇ ਕੁਛ ਵੀ ਹੈ ਉਹਨਾਂ ਦਾ, ਹੈ ਨਾ। ਹੁਣ ਇੱਥੇ ਹੋਰ ਚੀਜ਼ ਕੀ ਹੈ, ਧੋਲਾਵੀਰਾ ਤੋਂ ਲਗਭਗ ਵੱਡੇ ਜਲਾਸ਼य ਪ੍ਰਾਪਤ ਹੋਏ ਨੇਗੇ, ਅਤੇ ਮੋਹਨਜੋਦੜੋ ਦੇ ਵਿੱਚੋਂ ਵੱਡਾ ਇਸ਼ਨਾਨ ਘਰ ਪ੍ਰਾਪਤ ਹੋਇਆ। ਵੱਡਾ ਇਸ਼ਨਾਨ ਘਰ ਠੀਕ ਹੈ, ਗ੍ਰੇਟ ਪਾਥ ਇੱਥੋਂ ਪ੍ਰਾਪਤ ਹੋਇਆ। ਅਤੇ ਉਸ ਤੋਂ ਬਾਅਦ ਮੋਹਨਜੋਦੜੋ ਦੀ ਜਿਹੜੀ ਸਭ ਤੋਂ ਵੱਡੀ ਇਮਾਰਤ ਹੈ, ਸਭ ਤੋਂ ਵੱਡੀ ਇਮਾਰਤ ਆਪਣੀ ਕੀ ਹੈ, ਅੰਨਘਰ ਹੈ ਨਾ, ਅੰਨਾਗਰ, ਭਾਵ ਜਿਹਦੇ ਵਿੱਚ ਅਨਾਜ ਭੰਡਾਰ ਕੀਤਾ ਜਾਂਦਾ ਸੀਗਾ।
ਕਾਫੀ ਵੱਡੀ ਸੀਗੀ, ਲਗਭਗ 45 ਬਾਏ 15 ਦਾ ਜਿਹੜਾ ਮੀਟਰ ਦਾ ਇਹਦਾ ਏਰੀਆ ਸੀਗਾ। ਅਤੇ ਦੁਰਗ ਦੇ ਆਕਾਰ ਵੀ ਕਾਫੀ ਵੱਡੇ ਸੀਗੇ। ਹੁਣ ਇੱਥੇ ਜਿਹੜਾ ਦੁਰਗ ਦਾ ਆਕਾਰ ਹੈ ਦਕਸ਼ਣ ਦੇ ਵਿੱਚ ਸੀਗਾ, ਦਕਸ਼ਣ ਦੁਰਗ ਦਾ ਆਕਾਰ, ਦੱਖਣ ਦੇ ਵਿੱਚ ਜਿਹੜੇ ਦੁਰਗ ਮਿਲਦੇ ਸੀਗੇ। ਹੁਣ ਇੱਥੇ ਕੀ ਹੈ, ਸਭਾ ਭਵਨ ਵੀ ਪ੍ਰਾਪਤ ਹੋਇਆ। ਸਭਾ ਭਵਨ ਇਹ ਦੁਰਗ ਦੇ ਵਿੱਚ ਹੁੰਦਾ ਸੀਗਾ। ਦੁਰਗ ਦੇ ਵਿੱਚ ਜਿਹੜਾ ਹੁੰਦਾ ਸੀਗਾ ਸਭਾ ਭਵਨ, ਜਿੱਥੇ ਸਭਾਵਾਂ ਕਰਾਈਆਂ ਜਾਂਦੀਆਂ ਸੀਗੀਆਂ, ਜਿਨ੍ਹਾਂ ਦਾ ਜ਼ਿਕਰ ਆਪਾਂ ਨੂੰ ਰਿਗਵੈਦਿਕ ਕਾਲ, ਉਤਰਵੈਦਿਕ ਕਾਲ ਦੇ ਵਿੱਚ ਵੀ ਦੇਖਣ ਨੂੰ ਮਿਲਦਾ। ਪੁਰੋਹਿਤ ਦਾ ਆਵਾਸ ਵੀ ਇਸ਼ਨਾਨ ਘਰ ਦੇ ਉੱਤਰ ਪੂਰਬ ਦੇ ਵਿੱਚ ਇੱਕ ਠੀਕ ਹੈ, ਜਿਹੜਾ ਇਸ਼ਨਾਨ ਘਰ ਹੈ ਗ੍ਰੇਟ ਬਾਥ ਹੈ, ਉਸ ਦੇ ਉੱਤਰ ਪੂਰਬ ਦੇ ਵਿੱਚ ਇੱਕ ਪੁਰੋਹਿਤ ਦਾ ਜਿਹੜਾ ਆਵਾਸ ਵੀ ਮਿਲਿਆ, ਕਾਫੀ ਸੀਗਾ। ਅਤੇ ਇੱਕ ਹੋਰ ਸੀਗਾ ਹੜੱਪਾ ਅਤੇ ਮੋਹਨਜੋਦੜੋ ਨੂੰ ਕੀ ਕਿਹਾ ਗਿਆ, ਜੁੜਵਾ ਰਾਜਧਾਨੀਆਂ ਹੜੱਪਾ ਅਤੇ ਮੋਹਨਜੋਦੜੋ ਨੂੰ ਪਿਗਟ ਦੁਆਰਾ ਕਿਹਾ ਗਿਆ। ਉਸ ਤੋਂ ਬਾਅਦ ਇੱਕ ਸੀਗਾ ਵੀ ਮੋਹਨਜੋਦੜੋ ਨੂੰ ਬੇਸ਼ੱਕ ਮੁਰਦਿਆਂ ਦਾ ਟਿੱਲਾ ਕਿਹਾ ਜਾਂਦਾ, ਪਰ ਇੱਥੋਂ ਕਬਰਿਸਤਾਨ ਨਹੀਂ ਪ੍ਰਾਪਤ ਹੋਇਆ। ਕਬਰਿਸਤਾਨ ਦਾ ਜ਼ਿਕਰ ਮੋਹਨਜੋਦੜੋ ਦੇ ਬਾਰੇ ਨਹੀਂ ਮਿਲਦਾ ਹੈਗਾ। ਹੁਣ ਉੱਥੇ ਸਾਰੀਆਂ ਚੀਜ਼ਾਂ ਦੀ ਜਦੋਂ ਗੱਲ ਆ ਜਾਂਦੀ ਹੈ, ਨਗਰ ਪੱਕੀਆਂ ਇੱਟਾਂ ਦੇ ਸੀਗੇ। ਮਿਸਰ ਦੀ ਸਮਕਾਲੀਨ ਜਦੋਂ ਸੱਭਿਅਤਾ ਦੀ ਗੱਲ ਕਰਦੇ ਹਾਂ ਤਾਂ ਉੱਥੇ ਕੀ ਕਿਹਾ ਜਾਂਦਾ ਮਿਸਰ ਦੇ ਵਿੱਚ ਹੈ ਕੱਚੀਆਂ ਇੱਟਾਂ ਪ੍ਰਾਪਤ ਹੋਈਆਂ ਨੇ, ਕੱਚੀਆਂ ਇੱਟਾਂ ਦੀ ਪ੍ਰਾਪਤ ਹੋਈ ਹੈ ਜਿਹੜੀ ਧੁੱਪ ਦੇ ਵਿੱਚ ਸੁਕਾਈ ਜਾਂਦੀ ਸੀਗੀ। ਪਰ ਇੱਥੇ ਆਪਾਂ ਨੇ ਦੇਖਿਆ ਕਿ ਪੱਕੀਆਂ ਇੱਟਾਂ ਦੇ ਜਿਹੜੇ ਸੀਗੇ ਮਕਾਨ ਉਹ ਆਪਾਂ ਨੂੰ ਮਿਲੇ ਨੇਗੇ। ਹੁਣ ਇੱਥੇ ਕੀ ਹੈ, ਧਾਤੂ ਦੇ ਜਿਹੜੇ ਔਜ਼ਾਰ ਪ੍ਰਾਪਤ ਹੋਏ ਨੇ ਵੱਖ-ਵੱਖ। ਅਨਾਜ ਪੀਣ ਦਾ ਯੰਤਰ ਵੀ ਇੱਥੋਂ ਪ੍ਰਾਪਤ ਹੋਇਆ ਮੋਹਨਜੋਦੜੋ ਤੋਂ। ਇੱਕ ਰਿਪੋਰਟ ਦੇ ਅਨੁਸਾਰ ਕੁਛ ਉਦਾਹਰਨ ਦਿੱਤੇ ਜਾਂਦੇ ਨੇ ਵੀ ਅਵਤਲ ਚੱਕੀਆਂ ਬੜੇ ਸੰਖਿਆ ਦੇ ਵਿੱਚ ਪ੍ਰਾਪਤ ਹੋਈਆਂ ਨੇ, ਜਿਹੜੀਆਂ ਲਗਭਗ ਕਿਹਾ ਜਾਂਦਾ ਕਿ ਅਨਾਜ ਪੀਣ ਦੇ ਜਿਹੜੇ ਸੀ ਇਹ ਕੰਮ ਆਉਂਦੀਆਂ ਸੀ। ਇਹ ਲਗਭਗ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਅਵਤਲ ਚੱਕੀ ਦੀ ਇੱਕ ਪਿਕਚਰ ਹੈ। ਅਤੇ ਉਸ ਤੋਂ ਬਾਅਦ ਜੇਕਰ ਦੇਖੀਏ ਆਪਾਂ, ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੀ ਖੋਜੀ ਗਈ ਸੀ ਮੈਕੇ ਦੁਆਰਾ ਇਹ ਖੋਜੀ ਗਈ ਸੀਗੀ ਅਵਤਲ ਚੱਕੀ ਹੈ ਜਿਹੜੀ। ਹੁਣ ਮੋਹਨਜੋਦੜੋ ਦੀ ਜੇ ਜ਼ਿਕਰ ਕਰਦੇ ਹਾਂ ਤਾਂ ਮੋਹਨਜੋਦੜੋ 'ਤੇ ਕਾਫੀ ਪ੍ਰਸਿੱਧ ਪੁਰਾਤਤਵ ਸਥਲ ਹੈ ਨਾ। 2 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਅਤੇ ਇੱਕ ਭਾਗ ਛੋਟੇ ਅਤੇ ਦੂਜਾ ਭਾਗ ਅਥਿਕ ਉਚਾਈ 'ਤੇ ਬਣਾਇਆ ਗਿਆ ਸੀਗਾ। ਅਤੇ ਇਹਦੇ ਵਿੱਚ ਉਹੀ ਹੈ ਦੁਰਗ, ਨਿਚਲਾ ਸ਼ਹਿਰ ਦੁਰਗ ਸੀਗਾ, ਅਤੇ ਉੱਪਰਲਾ ਆਪਣਾ ਜਿਹੜਾ ਸੀਗਾ ਪੁਰੋਹਿਤ ਵਰਗ ਦਾ ਜਾਂ ਸ਼ਾਸਕ ਵਰਗ ਦਾ ਜਿਹੜਾ ਉਹ ਸਥਾਨ ਹੈ ਇਹਨਾਂ ਨੇ ਬਣਾਇਆ ਹੋਇਆ ਸੀਗਾ। ਲਗਭਗ ਇਸ ਤਰ੍ਹਾਂ ਦਾ ਸਟਰਕਚਰ ਸੀਗਾ ਇਹਨਾਂ ਦੇ ਮਕਾਨ ਜਾਂ ਸ਼ਹਿਰ ਦੇ ਨਿਰਮਾਣ ਦਾ। ਇਹ ਜਿਵੇਂ ਕਹਿ ਦਈਏ ਆਪਾਂ ਇਸ ਪਾਸੇ ਨਿਚਲਾ ਸ਼ਹਿਰ ਸੀਗਾ ਅਤੇ ਇਸ ਪਾਸੇ ਜਿਹੜੇ ਸੀਗਾ ਪੁਰੋਹਿਤ ਵਰਗ, ਇਹ ਜਿਵੇਂ ਦੁਰਗ ਬਣਾਇਆ ਹੋਇਆ ਇਹਨਾਂ ਨੇ, ਦੁਰਗ ਇਸ ਪਾਸੇ ਬਣਾਇਆ ਜਾਂਦਾ ਸੀਗਾ। ਲਗਭਗ ਇਸ ਤਰ੍ਹਾਂ ਦਾ ਸਟਰਕਚਰ ਇਹ ਜਿਹੜਾ ਸੀਗਾ ਨਿਰਮਾਣ ਕੀਤਾ ਗਿਆ ਸੀਗਾ ਸਿੰਧੂ ਘਾਟੀ ਸੱਭਿਅਤਾ ਦੇ ਵਿੱਚ। ਇਹ ਸਾਰੀ ਜਾਣਕਾਰੀ ਆਪਣੇ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਸਿੰਧੂ ਘਾਟੀ ਸੱਭਿਅਤਾ ਦੇ ਵਿੱਚ ਕਾਫੀ ਜਿਹੜੀ ਵੀ ਮਹੱਤਵਪੂਰਨ ਚੀਜ਼ ਆਉਂਦੀ ਹੈ ਜਲ ਨਿਕਾਸ ਪ੍ਰਣਾਲੀ ਦੇ ਵਿੱਚ ਆਪਾਂ ਨੇ ਦੇਖਿਆ ਕਿ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਪ੍ਰਾਪਤ ਹੋਈਆਂ ਨੇ, ਅਤੇ ਇਹ ਵੀ ਇੱਕ ਜਲ ਨਿਕਾਸ ਪ੍ਰਣਾਲੀ ਦਾ ਹੀ ਇੱਕ ਉਦਾਹਰਣ ਹੈ ਨਾ। ਹੁਣ ਇੱਥੇ ਕੀ ਹੈ, ਸ਼ਹਿਰਾਂ ਦੇ ਵਿੱਚ ਅਨੂਠੀ ਵਿਸ਼ੇਸ਼ਤਾਵਾਂ ਧਿਆਨ ਰੱਖਦੇ ਹੋਏ ਜਲ ਨਿਕਾਸ ਪ੍ਰਣਾਲੀ ਸਥਾਪਿਤ ਕੀਤੀ ਗਈ ਸੀਗੀ। ਜੇਕਰ ਆਪਾਂ ਦੇਖੀਏ ਗਲੀਆਂ ਦੇ ਵਿੱਚ ਗ੍ਰਿਡ ਪੱਧਤੀ ਅਪਣਾਈ ਗਈ ਸੀਗੀ, ਅਤੇ ਜਿਹੜੀਆਂ ਸੜਕਾਂ ਸੀਗੀਆਂ ਇੱਕ ਦੂਜੇ ਨੂੰ ਸਮਕੋਣ ਦੇ ਉੱਪਰ ਕੱਟਦੀਆਂ ਸੀਗੀਆਂ, ਜਿਹਦੇ ਨਾਲ ਕੀ ਸੀਗਾ ਪਤਾ ਲੱਗ ਜਾਂਦਾ ਕਿ ਇੱਟਾਂ ਦੀ ਜਿਹੜਾ ਸੀਗਾ ਪਾਣੀ ਦਾ ਨਿਕਾਸ ਸੀਗਾ ਨੀਵੀਆਂ ਥਾਵਾਂ ਦੇ ਵੱਲ ਕੀਤਾ ਗਿਆ ਸੀਗਾ। ਘਰਾਂ ਦੇ ਵਿੱਚ ਗੰਦੇ ਨਾਲੀਆਂ ਨੂੰ ਛੱਡਣ ਦੇ ਲਈ ਉਸ ਤੋਂ ਬਾਅਦ ਜੋੜਿਆ ਗਿਆ ਸੀਗਾ, ਅਤੇ ਇੱਕ ਦੀਵਾਰ ਨਾਲੀ ਤੋਂ ਸਟੇ ਹੋਣ ਦਾ ਲਗਭਗ ਘੱਟੋ ਘੱਟ ਇੱਕ ਜਿਹੜੀ ਸੀਗੀ ਦੀਵਾਰ ਦੇ ਨਾਲ ਨਾਲੀ ਆਪਾਂ ਨੂੰ ਜ਼ਰੂਰ ਪ੍ਰਾਪਤ ਹੋਈ ਹੈ। ਅਤੇ ਹੁਣ ਇੱਥੇ ਨਾ ਇੱਕ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਕਾਫੀ ਮਹੱਤਵਪੂਰਨ ਹੈ ਵੀ ਗਲੀਆਂ ਦੇ ਵਿੱਚ ਮੈਨ ਹੋਲ ਪ੍ਰਾਪਤ ਹੋਏ ਨੇਗੇ, ਮੈਨ ਹੋਲ ਜਾਂ ਮੋਰੀਆਂ ਗਲੀਆਂ ਦੇ ਵਿੱਚ ਇਹ ਪ੍ਰਾਪਤ ਹੋਈਆਂ ਨੇ। ਤਾਂ ਇਹ ਪ੍ਰਾਪਤ ਹੋਈਆਂ ਨੇ ਆਪਾਂ ਨੂੰ ਲਗਭਗ ਬਨਵਾਲੀ ਤੋਂ, ਹਰਿਆਣੇ ਦੇ ਵਿੱਚ ਬਨਵਾਲੀ ਤੋਂ ਇਹ ਚੀਜ਼ਾਂ ਪ੍ਰਾਪਤ ਹੋਈਆਂ ਨੇ ਗਲੀਆਂ ਦੇ ਵਿੱਚ ਮੈਨ ਹੋਲ ਜਾਂ ਉਹ। ਹੁਣ ਥੋੜ੍ਹਾ ਜਿਹਾ ਜਿਹੜੀ ਗੱਲ ਕੀਤੀ ਗਈ ਹੈ ਇੱਥੇ ਦੁਰਗ ਜੇਕਰ ਕਹਿ ਦਈਏ ਆਪਾਂ, ਇਹ ਹੜੱਪਾ ਵਾਸਤੇ ਛੋਟਾ ਪੱਛਮੀ ਹੈ ਜਿਹੜਾ ਪੱਛਮ ਦੇ ਵਿੱਚ ਹੈ ਨਾ, ਅਤੇ ਇੱਕ ਬੜਾ ਭਾਗ ਹੁੰਦਾ ਸੀਗਾ ਪੂਰਬੀ ਭਾਗ, ਠੀਕ ਹੈ, ਪੱਛਮ ਦੇ ਵਿੱਚ। ਇਹਦੀ ਕਾਫੀ ਸਾਰੀਆਂ ਤਾਂ ਸੀਗਾ ਲੋਥਲ ਦੇ ਵਿੱਚ ਪੂਰੀ ਬਸਤੀ ਜੇਕਰ ਆਪਾਂ ਦੇਖੀਏ ਲੋਥਲ ਅਤੇ ਧੋਲਾਵੀਰਾ ਦੇ ਵਿੱਚ ਪੂਰੀ ਹੀ ਬਸਤੀ ਕੀ ਸੀਗੀ ਕਿਲ੍ਹਾਬੰਦ ਸੀਗੀ, ਪਰ ਕਈ ਸ਼ਹਿਰਾਂ ਦੇ ਵਿੱਚ ਦੀਵਾਰਾਂ ਦੇ ਨਾਲ ਘੇਰ ਕੇ ਅਲੱਗ ਅਲੱਗ ਇਸ ਨੂੰ ਬਣਾਇਆ ਜਾਂਦਾ ਸੀਗਾ, ਹੈ ਨਾ। ਤਾਂ ਹੁਣ ਇੱਥੇ ਕੀ ਹੈ, ਲੋਥਲ ਦਾ ਜਿਹੜਾ ਦੁਰਗ ਹੈ
ਇੱਥੇ ਕੀ ਹੈ, ਦੀਵਾਰਾਂ ਦੇ ਨਾਲ ਘਿਰਿਆ ਹੋਇਆ ਨਹੀਂ ਸੀਗਾ ਅਤੇ ਉਚਾਈ ਦੇ ਉੱਪਰ ਬਣਾ, ਥੋੜ੍ਹੀ ਜਿਹੀ ਉਚਾਈ ਦੇ ਉੱਪਰ ਬਣਾਇਆ ਗਿਆ ਜਿਹੜਾ ਲੋਥਲ ਹੈ। ਪਰ ਲੇਕਿਨ ਜੇਕਰ ਆਪਾਂ ਦੇਖੀਏ ਹੜੱਪਾ ਅਤੇ ਮੋਹਨਜੋਦੜੋ ਦਾ ਦੁਰਗ, ਉਹ ਆਪਾਂ ਨੂੰ ਕਾਫੀ ਉਚਾਈ ਦੇ ਉੱਪਰ ਜਿਹਦਾ ਉਸਦਾ ਨਿਰਮਾਣ ਹੈ ਉਹ ਦੇਖਣ ਨੂੰ ਮਿਲਦਾ ਹੈ। ਹੁਣ ਜਿਹੜੀ ਅਗਲੀ ਕਹਾਣੀ ਹੈ ਕਾਲੀਬੰਗਾ ਦੇ ਬਾਰੇ। ਕਾਲੀਬੰਗਾ ਨੂੰ ਕਿਹਾ ਜਾਂਦਾ ਹੈ ਕਾਲੇ ਰੰਗ ਦੀਆਂ ਚੂੜੀਆਂ, ਹੈ ਨਾ। ਕਾਲੀਬੰਗਾ ਦਾ ਜਦੋਂ ਜ਼ਿਕਰ ਆਉਂਦਾ, ਕਾਲੀਬੰਗਾ ਨੂੰ ਕਿਹਾ ਜਾਂਦਾ ਕਾਲੇ ਰੰਗ ਦੀਆਂ ਚੂੜੀਆਂ। ਇਹ ਲਗਭਗ ਆਪਣਾ ਰਾਜਸਥਾਨ ਦੇ ਵਿੱਚ ਪਾਇਆ ਜਾਂਦਾ। ਇੱਥੋਂ ਜੁੱਤੇ ਹੋਏ ਖੇਤ ਪ੍ਰਾਪਤ ਹੋਏ ਨੇਗੇ ਅਤੇ ਜਿਹੜੀਆਂ ਹੱਲ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਜੇਕਰ ਇਸ ਦੀ ਖੋਜ ਦੀ ਗੱਲ ਕਰੀਏ ਤਾਂ 1951 ਦੇ ਵਿੱਚ 1951 ਦੇ ਵਿੱਚ ਅਮਲਾਨੰਦ ਘੋਸ਼ ਦੁਆਰਾ ਇਸ ਦੀ ਖੋਜ ਹੈ ਜਿਹੜੀ ਉਹ ਕੀਤੀ ਗਈ ਸੀਗੀ। ਹੁਣ ਕਾਫੀ ਮਹੱਤਵਪੂਰਨ ਚੀਜ਼ ਹੋ ਜਾਂਦੀ ਹੈ ਆਪਣੇ ਜਦੋਂ ਆਪਾਂ ਸਿੰਧੂ ਘਾਟੀ ਸੱਭਿਅਤਾ ਦਾ ਜ਼ਿਕਰ ਕਰਦੇ ਹਾਂ ਤਾਂ ਇੱਥੋਂ ਹੀ ਕਾਲੀਬੰਗਾ ਤੋਂ ਹੀ ਆਪਾਂ ਨੂੰ ਯੁਗਲ ਸਮਾਧਾਨ ਵੀ ਦੋ ਜੋੜੇ, ਠੀਕ ਹੈ, ਜੋੜਾਂ ਨੂੰ ਦਫਨ ਕਰਨਾ, ਇਕੱਠੇ ਦਫਨ ਕਰਨਾ ਦੋ ਜਣੇ। ਉਸ ਤੋਂ ਬਾਅਦ ਭੂਚਾਲ ਦੇ ਜਿਹੜੇ ਨੇਗੇ ਜਾਣਕਾਰੀ ਹੈ ਉਹ ਵੀ ਆਪਾਂ ਨੂੰ ਕਾਲੀਬੰਗਾ ਤੋਂ ਪ੍ਰਾਪਤ ਹੁੰਦੀ ਹੈ। ਅਤੇ ਉਸ ਤੋਂ ਬਾਅਦ ਜਿਹੜੀਆਂ ਦੋ ਫਸਲਾਂ ਨੂੰ ਇਕੱਠਾ ਬੋਇਆ ਜਾਂਦਾ ਸੀਗਾ, ਦੋ ਫਸਲਾਂ ਦੀ ਬਿਜਾਈ ਦੇ ਪ੍ਰਮਾਣ ਵੀ ਆਪਾਂ ਨੂੰ ਕਾਲੀਬੰਗਾ ਤੋਂ ਪ੍ਰਾਪਤ ਹੋਏ ਨੇਗੇ। ਹੁਣ ਇੱਕ ਸ਼ਹਿਰ ਹੈ ਚਹੁੰਦੜੋ ਦੀ ਖੋਜ ਹੁੰਦੀ ਹੈ 1931 ਦੇ ਵਿੱਚ। 1931 ਦੇ ਵਿੱਚ NC ਮਜੂਮ ਦੁਆਰਾ ਇਸ ਦੀ ਖੋਜ ਕੀਤੀ ਜਾਂਦੀ ਹੈ, NC ਮਜੂਮ ਦੁਆਰਾ। ਅਤੇ ਮੈਕੇ ਨੇ ਇੱਥੋਂ ਕੀ ਹੈ ਕਾਰਖਾਨੇ ਬਣਾਉਣ ਦਾ ਜਿਹੜਾ ਸੀਗਾ ਕਾਰਖਾਨਾ ਲੱਭਿਆ ਸੀਗਾ, ਮਣਕੇ ਬਣਾਉਣ ਦਾ ਕਾਰਖਾਨਾ ਮੈਕੇ ਦੁਆਰਾ ਖੋਜਿਆ ਗਿਆ ਸੀਗਾ। ਹੁਣ ਇੱਥੇ ਇੱਕ ਹੋਰ ਚੀਜ਼ ਹੈ, ਗੁਜਰਾਤ ਦੇ ਜਿਹੜਾ ਸੀਗਾ ਆਪਾਂ ਗੱਲ ਕਰਦੇ ਹਾਂ ਜਦੋਂ ਲੋਥਲ ਨੂੰ ਲਘੂ ਹੜੱਪਾ ਵੀ ਕਿਹਾ ਗਿਆ। ਲਘੂ ਹੜੱਪਾ ਬਾਰੇ ਜਦੋਂ ਆ ਜਾਵੇ, ਹੜੱਪਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਲੋਥਲ ਨੂੰ ਕਿਹਾ ਜਾਂਦਾ ਹੈ। ਅਤੇ ਲੋਥਲ ਦੀ ਇੱਕ ਆਪਾਂ ਨੇ ਹੋਰ ਵਿਸ਼ੇਸ਼ਤਾ ਦੇਖੀ ਸੀ ਵੀ ਜਿਹੜੇ ਇਹਦੇ ਦਰਵਾਜ਼ੇ ਸੀਗੇ ਮੇਨ ਸੜਕਾਂ ਵੱਲ ਖੁੱਲ੍ਹਦੇ ਸੀਗੇ। ਇਹ ਗੁਜਰਾਤ ਦੇ ਵਿੱਚ ਭੋਗਵਾ ਨਦੀ ਦੇ ਕਿਨਾਰੇ ਹੈ ਅਤੇ ਪੂਰਬੀ ਭਾਗ ਦੇ ਵਿੱਚ ਇੱਕ ਜਿਹੜਾ ਡੋਕਯਾਰਡ ਆਪਾਂ ਕਹਿੰਦੇ ਬੰਦਰਗਾਹ ਇੱਥੋਂ ਪ੍ਰਾਪਤ ਹੋਈ ਹੈ। ਹੁਣ ਜਦੋਂ ਗੱਲ ਕਰਦੇ ਹਾਂ ਆਪਾਂ ਬਨਵਾਲੀ ਦੀ, ਹਰਿਆਣੇ ਦੇ ਵਿੱਚ ਬਨਵਾਲੀ ਹੈ। ਹਰਿਆਣੇ ਦੇ ਵਿੱਚ ਬਨਵਾਲੀ ਦਾ ਆਪਾਂ ਇੱਕ ਜ਼ਿਕਰ ਕੀਤਾ ਹੈ ਕਿ ਇੱਥੇ ਸੜਕਾਂ ਦੇ ਵਿੱਚ, ਹੈ ਨਾ, ਸੜਕਾਂ ਤੋਂ ਮੈਨਹੋਲ ਪ੍ਰਾਪਤ ਹੋਏ ਨੇ, ਮੋਰੀਆਂ ਪ੍ਰਾਪਤ ਹੋਈਆਂ ਜਿਹੜੀਆਂ ਜਲ ਨਿਕਾਸ ਪ੍ਰਣਾਲੀ ਦਾ ਮਹੱਤਵਪੂਰਨ ਜਿਹੜਾ ਢੁਕਵਾਂ ਉਦਾਹਰਣ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਹੁਣ ਇੱਕ ਹੋਰ ਚੀਜ਼ ਜਿੱਥੇ ਬਨਵਾਲੀ ਦੇ ਬਾਰੇ ਮਸ਼ਹੂਰ ਹੈ, ਇੱਥੋਂ ਮਿੱਟੀ ਦਾ ਹਲ ਵੀ ਪ੍ਰਾਪਤ ਹੋਇਆ। ਅਤੇ ਉਸ ਤੋਂ ਬਾਅਦ ਦੇਖਦੇ ਹਾਂ ਇਹਦੀ ਖੋਜ ਕੀਤੀ ਸੀਗੀ RS ਬਿਸਟ ਨੇ 1974 ਦੇ ਵਿੱਚ ਇਹਦੀ ਖੋਜ ਕੀਤੀ ਹੈ। ਅਤੇ ਲਗਭਗ ਜੌਂ ਦੇ ਬਾਰੇ, ਜੌਂ ਦੀ ਜਿਹੜੀ ਪ੍ਰਾਪਤੀ ਹੈ ਉਹ ਆਪਾਂ ਨੂੰ ਵਧੀਆ ਕਿਸਮ ਦੀ ਜੌਂ ਹੈ ਉਹ ਬਨਵਾਲੀ ਤੋਂ ਹੀ ਪ੍ਰਾਪਤ ਹੋਈ ਹੈ। ਹੁਣ ਜਿਹੜੀ ਗੱਲ ਆਉਂਦੀ ਹੈ ਧੋਲਾਵੀਰਾ ਦੀ, ਧੋਲਾਵੀਰਾ ਜਿਹੜਾ ਸਭ ਤੋਂ ਵੱਡਾ ਦੂਜੇ, ਹੈ ਨਾ, 2 ਨੰਬਰ 'ਤੇ ਸਭ ਤੋਂ ਵੱਡਾ ਨਗਰ ਸੀਗਾ ਹੜੱਪਾ ਦਾ। ਅਤੇ ਇਹਦੇ ਵੀ ਲਗਭਗ ਉੱਤਰੀ ਪੱਛਮੀ ਕੋਨੇ ਦੇ ਉੱਪਰ ਵਸਿਆ ਹੋਇਆ ਛੋਟਾ ਜਿਹਾ ਪਿੰਡ ਸੀਗਾ ਇਹ, ਜੇਕਰ ਆਪਾਂ ਕਹਿ ਦਈਏ। ਅਤੇ ਇੱਥੇ ਸੀਗਾ ਖਾਦਰ ਕੱਛ ਜਿਹੜੇ ਜ਼ਿਲ੍ਹੇ ਦੇ ਵਿੱਚ ਇਹ ਮਿਲਦਾ ਹੈ। ਅਤੇ ਲਗਭਗ ਇਸ ਦੀ ਖੋਜ 1967-68 ਦੇ ਵਿੱਚ ਹੋਈ ਸੀਗੀ। 67-68 ਦੇ ਵਿੱਚ ਕਿਸੇ JP ਜੋਸ਼ੀ ਨੇ ਕੀਤੀ ਸੀਗੀ। JP ਜੋਸ਼ੀ ਦੁਆਰਾ ਇਹਦੀ ਖੋਜ ਕੀਤੀ ਗਈ ਸੀਗੀ। ਦੂਜਾ ਸਭ ਤੋਂ ਵੱਡਾ ਨਗਰ ਹੈ ਇਹ। ਇੱਥੋਂ ਜਿਹੜੀ ਮਹੱਤਵਪੂਰਨ ਚੀਜ਼ ਹੈ, ਇੱਥੋਂ ਇੱਕ ਅਭਿਲੇਖ ਪ੍ਰਾਪਤ ਹੋਇਆ ਲਿਪੀ ਬਾਰੇ। ਜੇਕਰ ਥੋੜ੍ਹੀ ਬਹੁਤੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਤਾਂ ਧੋਲਾਵੀਰਾ ਤੋਂ ਪ੍ਰਾਪਤ ਹੁੰਦੀ ਹੈ। ਅਤੇ ਇੱਥੇ ਇੱਕ ਵੱਡਾ ਜਲਾਸ਼य, ਵੱਡਾ ਜਲ ਘਰ ਵੀ ਪ੍ਰਾਪਤ ਹੋਇਆ ਜਿਸ ਨੂੰ ਕਹਿੰਦੇ ਵੱਡਾ ਜਲਾਸ਼य ਵੀ, ਉਹ ਲਗਭਗ ਸਿੰਚਾਈ ਵਗੈਰਾ ਦੇ ਲਈ। ਉਸ ਤੋਂ ਬਾਅਦ ਜੇਕਰ ਆਪਾਂ ਕਹਿ ਦਈਏ ਸਟੇਡੀਅਮ ਇੱਥੋਂ ਪ੍ਰਾਪਤ ਹੋਇਆ, ਨੇਵਲੇ ਦੀ ਮੂਰਤੀ ਇੱਥੋਂ ਪ੍ਰਾਪਤ ਹੋਈ ਹੈ। ਅਤੇ ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਕਾਫੀ ਵੱਡੀ ਮਾਤਰਾ ਦੇ ਵਿੱਚ ਇੱਥੇ ਜਿਹੜਾ ਸਿੰਚਾਈ ਦੇ ਲਈ ਕਹਿੰਦੇ ਨੇਗੇ ਉਹ ਪਾਣੀ ਇਕੱਠਾ ਕਰਕੇ ਰੱਖਿਆ ਜਾਂਦਾ ਸੀਗਾ, ਜਿਹੜਾ ਇੱਥੋਂ ਜਲਾਸ਼य ਪ੍ਰਾਪਤ ਹੋਇਆ। ਹੁਣ ਇੱਕ ਹੋਰ ਮਹੱਤਵਪੂਰਨ ਜਿਹੜਾ ਪ੍ਰਸ਼ਨ ਹੈ ਆਪਣੇ ਕੋਲ ਉਹ ਆ ਜਾਂਦਾ ਹੈ ਲਗਭਗ ਮੋਹਨਜੋਦੜੋ ਦੇ ਵਿੱਚ ਕੂਇਆਂ ਦੀ ਜਿਹੜੀ ਗਿਣਤੀ ਹੈ ਉਹ ਕੀਤੀ ਗਈ ਸੀਗੀ। 700 ਦੇ ਕਰੀਬ ਜਿਹੜੇ ਨੇਗੇ ਉਹ ਕੂਏ ਪ੍ਰਾਪਤ ਹੋਏ ਨੇਗੇ। ਇਹਨਾਂ ਦੇ ਵਿੱਚ ਇੱਕ ਆਂਗਣ ਵੀ ਪ੍ਰਾਪਤ ਹੋਇਆ ਘਰਾਂ ਦੇ ਵਿੱਚ, ਅਤੇ ਕਰਕੇ ਲਗਭਗ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੇ ਨਾਲ ਸੰਬੰਧਿਤ ਆਪਾਂ ਨੂੰ ਪ੍ਰਾਪਤ ਹੋਈਆਂ ਨੇ। ਹੁਣ ਜੇਕਰ ਇੱਕ ਹੋਰ ਚੀਜ਼ ਦੇਖੀਏ ਕਿ ਮੈਕੇ ਕੀ ਲਿਖਦਾ, ਮੈਕੇ ਕਹਿੰਦਾ ਹੈ ਕਿ ਜੇਕਰ ਦੇਖੀਏ ਆਪਾਂ ਨਾਲੀਆਂ ਦੇ ਵਿਸ਼ੇ ਦੇ ਵਿੱਚ, ਸਭ ਤੋਂ ਪ੍ਰਾਚੀਨ ਗਲੀਆਂ ਦੇ ਵਿੱਚ ਜੋੜਿਆ ਗਿਆ ਅਤੇ
ਮੁੱਖ ਨਾਲੇ ਦੇ ਨਾਲ ਜਮਾਈ ਗਈ ਮਿੱਟੀ ਦੇ ਬਣੇ ਹੋਏ ਘਰਾਂ ਦੇ ਵਿੱਚ ਸਫਾਈ ਨੂੰ ਕਰਨ ਦੇ ਲਈ, ਅਤੇ ਕਾਫੀ ਸਾਰੀਆਂ ਚੂਨੇ ਦੇ ਪੱਥਰ ਦੀਆਂ ਪੱਟੀਕਾਵਾਂ ਦਾ ਇਹਨਾਂ ਨੇ ਪ੍ਰਯੋਗ ਕੀਤਾ। ਘਰਾਂ ਦੇ ਵਿੱਚ ਨਾਲੀਆਂ ਪਹਿਲਾਂ ਇੱਕ ਹੋਦੀ ਜਾਂ ਮਾਲ ਕੁੰਡ ਖਾਲੀ ਹੁੰਦੀਆਂ ਸੀਗੀਆਂ, ਉਸ ਤੋਂ ਬਾਅਦ ਠੋਸ ਪਦਾਰਥ ਜਮ੍ਹਾਂ ਕਰਦੀਆਂ ਸੀਗੀਆਂ, ਫਿਰ ਉਸ ਤੋਂ ਬਾਅਦ ਇਸ ਨੂੰ ਨਾਲਿਆਂ ਦੇ ਵਿੱਚ ਕੀ ਸੀਗਾ ਡਿਪਾਰਟ ਕਰ ਦਿੱਤਾ ਜਾਂਦਾ ਸੀਗਾ। ਕਾਫੀ ਮਹੱਤਵਪੂਰਨ ਜਿਹੜੀ ਹੈ ਜਾਣਕਾਰੀ ਇੱਥੇ ਉਹ ਦਿੱਤੀ ਗਈ ਹੈ। ਹੁਣ ਇੱਕ ਹੋਰ ਚੀਜ਼ ਹੈ, ਵੈਸੇ ਕਿਹਾ ਜਾਂਦਾ ਹੈ ਵੀ ਲੋਥਲ ਦੇ ਵਿੱਚ ਜਿਹੜੇ ਆਵਾਸ ਨਿਰਮਾਣ ਦੇ ਵਿੱਚ ਕੱਚੀਆਂ ਇੱਟਾਂ ਦਾ ਪ੍ਰਯੋਗ ਕੀਤਾ ਗਿਆ ਆਵਾਸਾਂ ਦੇ ਲਈ। ਹੁਣ ਇੱਥੇ ਆ ਸਕਦਾ ਕੱਚੀ ਇੱਟਾਂ ਦਾ ਪ੍ਰਯੋਗ ਕਿੱਥੇ ਕੀਤਾ ਗਿਆ। ਕੱਚੀ ਇੱਟਾਂ ਦਾ ਪ੍ਰਯੋਗ ਲੋਥਲ ਦੇ ਵਿੱਚ ਕੀਤਾ ਗਿਆ, ਅਤੇ ਜਦਕਿ ਨਾਲੀ ਸੀਗੀਆਂ ਪੱਕੀ ਇੱਟਾਂ ਦੀ ਬਣੀ ਹੋਈ ਸੀਗੀ। ਇਹ ਮਹੱਤਵਪੂਰਨ ਤੱਥ ਹੈ। ਜੇਕਰ ਆਪਾਂ ਦੇਖੀਏ ਤਾਂ ਲੋਥਲ ਦੇ ਵਿੱਚ ਕੱਚੀ ਇੱਟਾਂ ਦੇ ਮਕਾਨ ਪਾਏ ਗਏ ਨੇਗੇ, ਅਤੇ ਗਲੀਆਂ ਸੀਗੀਆਂ ਪੱਕੀ ਇੱਟਾਂ ਦੀ ਹੋਈ ਹੈ। ਉਸ ਤੋਂ ਬਾਅਦ ਇੱਕ ਹੋਰ ਹੈ ਮਾਲ ਗੋਦਾਮ ਦੀ ਜਿਹੜੀ ਵਿਸ਼ਾਲ ਸੰਰਚਨਾ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਲਗਭਗ ਵਿਸ਼ਾਲ ਇਸ਼ਨਾਨ ਘਰ ਦੇ ਵਿੱਚ ਹੋਇਆ ਸੀਗਾ। ਅਤੇ ਆਪਾਂ ਨੂੰ ਇੱਕ ਹੋਰ ਚੀਜ਼ ਪਤਾ ਹੈ ਵੀ ਜਿਹੜੇ ਦੁਰਗ ਸੀਗੇ ਉਹ ਪੱਛਮ ਦੇ ਵਿੱਚ ਬਣਾਏ ਜਾਂਦੇ ਸੀਗੇ, ਅਤੇ ਪੂਰਬ ਦੇ ਵਿੱਚ ਨਗਰ ਹੁੰਦਾ ਸੀਗਾ। ਅਤੇ ਦੁਰਗ ਬਣਾਉਣ ਦਾ ਰੀਜ਼ਨ ਉਹ ਤਾਂ ਸ਼ਾਇਦ ਉਹੀ ਜਾਣਦੇ ਵੀ ਇਹਨਾਂ ਨੇ ਕਿਉਂ ਬਣਾਏ ਨਹੀਂ ਸੀ, ਹੈ ਨਾ। ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿੰਧੂ ਘਾਟੀ ਸੱਭਿਅਤਾ ਦੇ ਬਾਰੇ ਆਪਾਂ ਨੂੰ ਸ਼ੰਕਾ ਦੇ ਵਿੱਚ ਵੀ ਪਾਉਂਦੀਆਂ ਨੇ, ਅਤੇ ਇਹ ਵੀ ਜਸਟ ਕੀ ਹੈ ਅਨੁਮਾਨ ਨੇ, ਜਸਟ ਕੀ ਨੇਗੇ ਅਨੁਮਾਨ ਨੇ। ਹੁਣ ਇੱਥੇ ਇੱਕ ਹੋਰ ਚੀਜ਼ ਹੈ, ਗ੍ਰੇਟ ਬਾਥ ਦੇ ਬਾਰੇ ਕੀ ਆ ਸਕਦਾ ਹੈ ਵੀ ਜਿਹੜੀਆਂ ਇਹਦਾ ਉੱਤਰੀ ਅਤੇ ਦੱਖਣੀ ਭਾਗ ਸੀਗਾ ਗ੍ਰੇਟ ਬਾਥ ਦਾ, ਉੱਤਰੀ ਅਤੇ ਇਹ ਦੱਖਣੀ ਭਾਗ, ਇੱਧਰ ਕੀ ਸੀਗੀਆਂ ਸੀੜੀਆਂ ਜਾਂ ਪੌੜੀਆਂ ਬਣੀਆਂ ਹੋਈਆਂ ਸੀਗੀਆਂ, ਅਤੇ ਇਹ ਸਾਰੇ ਕੀ ਸੀਗੇ ਇੱਟਾਂ ਦੇ ਬਣਾਏ ਹੋਏ ਸੀਗੇ, ਹੈ ਨਾ, ਇੱਟਾਂ ਦੇ ਬਣਾਏ ਹੋਏ ਸੀਗੇ, ਅਤੇ ਪਲਾਸਟਰ ਦਾ ਵੀ ਇੱਥੇ ਇਹਨਾਂ ਨੇ ਯੂਜ ਕੀਤਾ ਹੋਇਆ ਸੀਗਾ, ਪਲਾਸਟਰ ਪਾ ਕੇ। ਹੁਣ ਇੱਕ ਹੋਰ ਜੇਕਰ ਆਪਾਂ ਕਹਿ ਦਈਏ ਕਾਫੀ ਸਾਰੇ ਕਿਤੇ ਕਿਤੋਂ ਆਪਾਂ ਨੂੰ ਤਾਂਬੇ ਦੇ ਜਿਹੜੇ ਨੇਗੇ ਉਹ ਸ਼ੀਸ਼ੇ ਵੀ ਮਿਲੇ ਨੇਗੇ। ਕੁੱਲ ਮਿਲਾ ਕੇ ਐਂ ਲੱਗਦਾ ਵੀ ਬਹੁਤ ਸਾਰੀਆਂ ਚੀਜ਼ਾਂ ਦਫਨਾਉਣ ਦਾ ਜਿਹੜਾ ਇਹਨਾਂ ਦਾ ਇੰਨਾ ਉਹ ਤਾਂ ਨਹੀਂ ਸੀਗਾ ਵੀ ਇਹ ਕੀ ਸੀਗੇ, ਇਹ ਨਹੀਂ ਗੱਲ ਕਹੀ ਜਾ ਸਕਦੀ ਵੀ ਇਹ ਮਹੱਤਵਪੂਰਨ ਜਾਂ ਕੀਮਤੀ ਚੀਜ਼ਾਂ ਨੇ ਉਹ ਇਸ ਦੇ ਨਾਲ ਦਬਾਉਂਦੇ ਸੀਗੇ। ਪਰ ਕਾਫੀ ਹੱਦ ਤੱਕ ਮੰਨਿਆ ਜਾਂਦਾ ਹੈ ਵੀ ਜਿਹੜੇ ਭਾਂਡੇ ਜਾਂ ਉਹ ਪ੍ਰਾਪਤ ਹੋਏ ਨੇਗੇ, ਇਹ ਦੱਸਦਾ ਹੈ ਕਿ ਇਹਨਾਂ ਦਾ ਪ੍ਰਯੋਗ ਮਰਨ ਉਪਰੰਤ ਕਰਦੇ ਨੇਗੇ ਮਹਿਲਾਵਾਂ ਅਤੇ ਦੋਨਾਂ ਦੇ ਨਾਲ, ਜਿਹੜੇ ਕਿ ਮਹਿਲਾਵਾਂ ਦੇ ਵੀ ਔਰਤਾਂ ਦੋਨਾਂ ਦੇ ਕੀ ਨੇਗੇ ਇਹਨਾਂ ਨੂੰ ਆਪਾਂ ਕਹਿੰਦੇ ਗਹਿਣੇ ਮਿਲਦੇ ਨੇ। ਅਤੇ ਕਾਫੀ ਸਾਰੇ ਖੋਪੜੀ ਦੇ ਜਿਹੜੇ ਸ਼ੰਖ ਨੇਗੇ, ਤੀਰ ਛੱਲੇ ਜੈਸਪਰ ਅਤੇ ਮਣਕੇ, ਸੈਂਕੜੋ ਤਰ੍ਹਾਂ ਦੀਆਂ ਮਣਕਿਆਂ ਦੀਆਂ ਜਿਹੜੀਆਂ ਇੱਕ ਜਿਹੜਾ ਉਹ ਮਿਲਦਾ ਹੈ। ਅਤੇ ਕੁੱਲ ਮਿਲਾ ਕੇ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਕੁਛ ਨਾ ਕੁਛ ਦਬਾਉਣ ਦਾ ਵਿਸ਼ਵਾਸ ਤਾਂ ਨਹੀਂ ਸੀ, ਪਰ ਫਿਰ ਵੀ ਇਹ ਕਹਿੰਦੇ ਸੀਗੇ ਵੀ ਸ਼ਾਇਦ ਉਹ ਆਪ ਦੇ ਲਈ ਯੂਜ ਦੇ ਲਈ ਇਹਨਾਂ ਨੇ ਦਵਾਈਆਂ ਹੋਣਗੀਆਂ ਕਿਸੇ ਨਾ ਕਿਸੇ ਕਾਰਨ ਤੋਂ। ਉਸ ਤੋਂ ਬਾਅਦ ਆਪਾਂ ਦੇਖੀਏ ਜੇਕਰ ਜਿਹੜੀ ਮਹੱਤਵਪੂਰਨ ਚੀਜ਼ ਆ ਜਾਂਦੀ ਹੈ ਆਪਣਾ ਬਾਲਾਕੋਟ ਦੇ ਵਿੱਚ ਆਪਾਂ ਨੂੰ ਕੀ ਮਿਲਿਆ। ਬਾਲਾਕੋਟ ਦੀ ਜਦੋਂ ਗੱਲ ਕਰਦੇ ਹਾਂ, ਬਾਲਾਕੋਟ ਦੇ ਵਿੱਚ ਸ਼ੀਪ, ਹੈ ਨਾ, ਸ਼ੀਪ ਦਾ ਜਿਹੜਾ ਉਦਯੋਗ ਹੈ ਉਹ ਪ੍ਰਾਪਤ ਹੋਇਆ। ਜੇਕਰ ਆਪਾਂ ਪੰਜਾਬ ਦੇ ਰੋਪੜ ਦੀ ਗੱਲ ਕਰੀਏ, ਪੰਜਾਬ ਦੇ ਰੋਪੜ ਦੀ, ਤਾਂ ਇਹ ਸਤਲੁਜ ਨਦੀ ਦੇ ਕਿਨਾਰੇ ਹੈ। ਇਸ ਦੀ ਖੋਜ ਕੀਤੀ ਸੀਗੀ ਜਗਦੱਤ ਸ਼ਰਮਾ ਨੇ, ਅਤੇ ਇਸ ਨੇ ਇਹ ਸਭ ਤੋਂ ਜਿਹੜਾ ਸੀਗਾ ਹਿੰਡਨ ਨਦੀ ਦੇ ਕਿਨਾਰੇ ਜਿਹੜਾ ਸਭ ਤੋਂ ਪੂਰਬੀ ਸਥਲ ਹੈ ਉਹ ਵੀ ਜਗਦੱਤ ਸ਼ਰਮਾ ਨੇ ਖੋਜਿਆ ਸੀਗਾ। ਭਾਰਤ ਸੇਵਕ ਸਮਾਜ ਦੁਆਰਾ ਇਸ ਦੀ ਖੋਜ ਕੀਤੀ ਗਈ ਹੈ। ਲਗਭਗ ਇਹਦਾ ਜਿਹੜਾ ਕੰਮ ਹੈ ਉਹ ਜਗਦੱਤ ਸ਼ਰਮਾ ਦੁਆਰਾ ਹੀ ਕੀਤਾ ਗਿਆ। ਕਾਫੀ ਮਹੱਤਵਪੂਰਨ ਨਾਮ ਹੋ ਜਾਂਦਾ ਹੈ। ਅਤੇ ਰੋਪੜ ਦੀ ਖੋਜ ਇਹਨਾਂ ਨੇ 1953-56 ਦੇ ਵਿੱਚ ਲਗਭਗ ਇਹਨਾਂ ਨੇ ਕੀਤੀ ਸੀਗੀ। ਅਤੇ ਆਪਾਂ ਦੇਖੀਏ ਜੇਕਰ ਇੱਥੋਂ ਕਬਰਿਸਤਾਨ ਪ੍ਰਾਪਤ ਹੋਇਆ, ਅਤੇ ਮਨੁੱਖ ਅਤੇ ਕੁੱਤੇ ਨੂੰ ਇਕੱਠੇ ਦਬਾਉਣ ਦਾ ਜਿਹੜਾ ਪ੍ਰਮਾਣ ਹੈ ਉਹ ਆਪਾਂ ਨੂੰ ਰੋਪੜ ਤੋਂ ਪ੍ਰਾਪਤ ਹੋਇਆ। ਅਤੇ ਜਿਹੜਾ ਆਲਮਗੀਰਪੁਰ ਹੈ ਉਹ ਮੇਰਠ ਦੇ ਕਿਨਾਰੇ। ਹੁਣ ਇੱਥੇ ਇੱਕ ਹੋਰ ਚੀਜ਼ ਹੈ ਕਿ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਾਪਤ ਹੋਈਆਂ ਨੇ, ਇਹ ਕਾਰਨੇਲੀਅਨ ਦੇ ਜਿਹੜੇ ਸੀਗੇ ਸੁੰਦਰ ਲਾਲ ਮਣਕੇ ਸੀਗੇ ਇਹ ਬਣਾਏ ਜਾਂਦੇ ਸੀਗੇ। ਇਹ ਸ਼ਿਲਪ ਕਲਾ ਉਦਯੋਗ ਦੇ ਵਿੱਚ ਸੀਗਾ। ਚਹੂੰਦੜੋ ਦੇ ਬਾਰੇ ਇਹ ਲਗਭਗ ਜੇਕਰ ਸ਼ਿਲਪ ਕਲਾ ਦੇ ਨਾਲ ਸੰਬੰਧਿਤ ਕੋਈ ਪ੍ਰਸ਼ਨ ਆ ਜਾਵੇ ਤਾਂ ਉਹਦਾ ਲਗਭਗ ਆਪਣਾ ਉੱਤਰ ਚਹੂੰਦੜੋ ਦੇ ਨੇੜੇ ਤੇੜੇ ਦਾ ਹੀ ਰਹੂਗਾ। ਹੁਣ ਇੱਥੇ ਇੱਕ ਹੋਰ ਚੀਜ਼ ਹੈ, ਆਪਾਂ ਜਦੋਂ ਸਿੰਧੂ ਘਾਟੀ ਸੱਭਿਅਤਾ ਦੇ ਬਾਰੇ ਗੱਲ ਕਰਦੇ ਹਾਂ ਕਿ ਸੋਨਾ ਵੀ ਹੈ ਜਿਹੜਾ ਇੱਥੋਂ ਲਗਭਗ ਇਹਨਾਂ ਦੇ ਲਈ ਵੀ ਕੀ ਸੀਗਾ ਦੁਰਲੱਭ ਚੀਜ਼ ਸੀਗਾ। ਅਤੇ ਕਾਫੀ ਜਿਹੜੇ ਮਣਕੇ ਨੇ ਆਪਾਂ ਦੇਖਦੇ ਹਾਂ ਇਹ
ਜਿਹੜਾ ਮਿਲਿਆ ਹੈ ਇਹ ਚਹੂੰਦੜੋਂ ਤੋਂ ਪ੍ਰਾਪਤ ਹੋਇਆ ਹੈ ਨਾ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਪਸ਼ੂ ਪਾਲਣ ਦੀ, ਸ਼ਿਲਪ ਉਦਯੋਗ ਜਾਂ ਸ਼ਿਲਪ ਉਦਯੋਗ ਇਹਨਾਂ ਦਾ ਇੰਨਾ ਹੈ ਨਹੀਂ ਸੀਗਾ। ਸਿਰਫ ਥੋੜ੍ਹੀ ਬਹੁਤੀ ਜਾਣਕਾਰੀ ਜੇਕਰ ਆਪਾਂ ਨੂੰ ਮਿਲਦੀ ਹੈ ਤਾਂ ਚਹੂੰਦੜੋਂ ਤੋਂ ਮਿਲਦੀ ਹੈ। ਤਾਂ ਪਸ਼ੂ ਪਾਲਣ ਦੇ ਵਿੱਚ ਜਿਹੜਾ ਮਹੱਤਵਪੂਰਨ ਸੀਗਾ ਉਹ ਸੀਗਾ ਕੁੱਬੜ ਵਾਲਾ ਸਾਂਢ, ਕੁੱਬੜ ਵਾਲਾ ਸਾਂਢ ਹੈ ਨਾ। ਅਤੇ ਕੁੱਬੜ ਵਾਲਾ ਸਾਂਢ ਸੀਗਾ। ਉਸ ਤੋਂ ਬਾਅਦ ਬਲਦ, ਗਊ, ਮੱਝ, ਬੱਕਰੀ, ਸੂਅਰ, ਬਿੱਲੀ, ਕੁੱਤੇ, ਇਹਨਾਂ ਸਾਰਿਆਂ ਦੇ ਕੀ ਜਿਹੜੇ ਨੇਗੇ ਨਿਸ਼ਾਨ ਵਗੈਰਾ ਪ੍ਰਾਪਤ ਹੋਏ ਨੇ। ਗਧੇ ਅਤੇ ਊਠ ਬਾਰੇ ਵੀ ਇਹਨਾਂ ਨੂੰ ਪਤਾ ਸੀਗਾ। ਊਠ ਦੀ ਜਦੋਂ ਗੱਲ ਕਰਦੇ ਹਾਂ ਅਤੇ ਇੱਕ ਲੋਥਲ ਦੇ ਵਿੱਚੋਂ ਇੱਕ ਸੰਦਿਗਧ ਜਿਹੜੀ ਹੈ ਟੈਰਾਕੋਟਾ ਦੀ ਮੂਰਤ, ਇੱਕ ਤਾਂ ਘੋੜੇ ਦੀ ਜਿਹੜੀ ਹੱਡੀਆਂ ਨੇ ਹੈ ਨਾ, ਘੋੜੇ ਦੀਆਂ ਹੱਡੀਆਂ ਦੇ ਸੰਕੇਤ, ਜੇਕਰ ਸਿਰਫ ਸੰਕੇਤ ਦੀ ਗੱਲ ਕਰੀਏ ਤਾਂ ਉਹ ਪ੍ਰਾਪਤ ਹੋਏ ਨੇ ਮੋਹਨਜੋਦੜੋ ਤੋਂ। ਇੱਕ ਲੋਥਲ ਤੋਂ ਵੀ ਮੂਰਤੀ ਪ੍ਰਾਪਤ ਹੋਈ ਹੈ ਜਿਹਦੇ ਉੱਪਰ ਲਗਭਗ ਘੋੜੇ ਦੇ ਨਿਸ਼ਾਨ ਬਣੇ ਹੋਏ ਨੇਗੇ, ਉਹ ਹੈਗੀ ਹੈ ਟੈਰਾਕੋਟਾ ਦੀ, ਇਹ ਲੋਥਲ ਤੋਂ ਪ੍ਰਾਪਤ ਹੋਈ ਹੈ। ਜੇਕਰ ਅਸਥੀ ਪਿੰਜਰ ਦੀ ਗੱਲ ਕਰੀਏ ਹੈ ਨਾ, ਅਸਥੀ ਪਿੰਜਰ ਦੀ ਗੱਲ ਕਰੀਏ ਘੋੜੇ ਦੇ, ਤਾਂ ਇਹ ਪ੍ਰਾਪਤ ਹੋਏ ਨੇਗੇ ਸੁਰਕੋਟੜਾ ਤੋਂ, ਸੁਰਕੋਟੜਾ ਤੋਂ ਇਹ ਪ੍ਰਾਪਤ ਹੋਇਆ। ਉਸ ਤੋਂ ਬਾਅਦ ਜਿਹੜਾ ਹੱਡੀਆਂ ਲੋਥਲ ਤੋਂ ਵੀ, ਕਾਲੀਬੰਗਾ ਤੋਂ ਵੀ ਅਤੇ ਸੁਰਕੋਟੜਾ ਤੋਂ ਹੱਡੀਆਂ ਪ੍ਰਾਪਤ ਹੋਈਆਂ ਨੇ। ਹੁਣ ਜਿਹੜਾ ਅਗਲਾ ਹੈ ਮੇਨ ਚੀਜ਼ ਹੈ ਵੀ ਇਹ ਲੋਕ ਗੈਂਡੇ ਦੇ ਬਾਰੇ ਵੀ ਜਾਣਦੇ ਸੀਗੇ ਅਤੇ ਮਿਸਰ ਅਤੇ ਮੈਸੋਪੋਟਾਮੀਆ ਦੇ ਲੋਕ ਵੀ ਗੈਂਡੇ ਦੇ ਬਾਰੇ ਜਾਣਕਾਰੀ ਰੱਖਦੇ ਸੀਗੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਦੇਖੋ ਇਤਿਹਾਸਕਾਰਾਂ ਦੇ ਅਨੁਮਾਨ ਨੇ ਜਾਂ ਉਹਨਾਂ ਦੁਆਰਾ ਲਗਾਏ ਗਏ ਅਨੁਮਾਨਾਂ ਦੇ ਆਧਾਰ 'ਤੇ ਹੀ ਇਹ ਚੀਜ਼ ਨੂੰ ਪੇਸ਼ ਕੀਤਾ ਜਾਂਦਾ ਵੀ ਸ਼ਾਇਦ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਇਆ ਹੋਵੇਗਾ, ਸ਼ਾਇਦ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਇਆ ਹੋਵੇਗਾ। ਤਾਂ ਉਹਨਾਂ ਨੇ ਸਿਰਫ ਉਹਦੇ ਆਧਾਰ 'ਤੇ ਹੀ ਇਹ ਕਾਫੀ ਸਾਰੀਆਂ ਚੀਜ਼ਾਂ ਦਾ ਜਿਹੜਾ ਹੈ ਉਹ ਕੀਤਾ, ਵਿਵਰਣ ਕੀਤਾ। ਹੁਣ ਜਿਹੜੀ ਕਹਾਣੀ ਬਣਦੀ ਹੈ ਮਣਕਿਆਂ ਦੇ ਉੱਪਰ ਜਾਂ ਤਕਨੀਕ ਦੇ ਉੱਪਰ ਜਾਂ ਸ਼ਿਲਪ ਦੇ ਉੱਪਰ, ਇਹ ਸਾਰੀਆਂ ਚੀਜ਼ਾਂ ਇੱਕ ਭਰਮ ਜਿਹਾ ਪੈਦਾ ਕਰਕੇ ਛੱਡ ਦਿੰਦੀਆਂ ਨੇ ਜਦੋਂ ਆਪਾਂ ਇਹਨਾਂ ਦੀ ਚਰਚਾ ਕਰਨ ਲੱਗ ਜਾਂਦੇ ਹਾਂ ਸਿੰਧੂ ਘਾਟੀ ਸਭਿਅਤਾ ਦੇ ਵਿੱਚ। ਜਸਟ ਪੇਪਰ ਪਾਸ ਕਰਨ ਦੇ ਲਈ ਆਪਾਂ ਨੇ ਇਹਨਾਂ ਦੇ ਦੁਆਰਾ ਜਿਹੜੀਆਂ ਖੋਜਾਂ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਜਿਹੜੇ ਮਿਲੇ ਨੇਗੇ, ਜਿਵੇਂ ਆਪਾਂ ਕ੍ਰਿਸ਼ੀ ਪ੍ਰਦੇਸ਼ ਦੀ ਗੱਲ ਕਰਦੇ ਹਾਂ, ਹੁਣ ਖੇਤੀ ਦੇ ਉੱਪਰ ਦੇਖਾਂਗੇ। ਖੇਤੀ ਇਹਨਾਂ ਦਾ ਮਹੱਤਵਪੂਰਨ ਧੰਦਾ ਸੀਗਾ, ਪਰ ਪ੍ਰਮੁੱਖ ਧੰਦਾ ਇਹਨਾਂ ਦਾ ਵਪਾਰ ਕਰਨਾ ਸੀਗਾ, ਕਿਉਂਕਿ ਵਪਾਰ ਦੇ ਨਾਲ ਜ਼ਿਆਦਾ ਜਿਹੜੇ ਉਹ ਨੇਗੇ ਆਪਾਂ ਨੂੰ ਪ੍ਰਾਪਤ ਹੋਏ ਨੇਗੇ। ਹੁਣ ਜੇਕਰ ਦੇਖੀਏ ਸਿੰਧ ਪ੍ਰਦੇਸ਼ ਦੇ ਵਿੱਚ ਹੈ ਨਾ, ਹੁਣ ਜੇਕਰ ਨਹਿਰਾਂ ਦੀ ਗੱਲ ਕਰੀਏ ਹੈ ਨਾ, ਨਹਿਰਾਂ ਦਾ ਜਿਹੜਾ ਜ਼ਿਕਰ ਹੈ ਉਹ ਆਪਾਂ ਨੂੰ ਸੁਰਤ ਗੋਈ ਤੋਂ ਪ੍ਰਾਪਤ ਹੋਇਆ, ਸੁਰਤ ਗੋਈ ਤੋਂ। ਪਰ ਲੇਕਿਨ ਪੰਜਾਬ ਦੇ ਜਾਂ ਹਰਿਆਣੇ ਦੇ ਵਿੱਚ ਜਾਂ ਸਿੰਧ ਪ੍ਰਦੇਸ਼ ਦੇ ਵਿੱਚ ਨਹਿਰਾਂ ਦਾ ਜ਼ਿਕਰ ਇੱਥੇ ਨਹੀਂ ਹੋਇਆ। ਅਤੇ ਇੱਕ ਹੋਰ ਕਿਹਾ ਜਾਂਦਾ ਵੀ ਇੱਥੇ ਇਸ ਵਰਖਾ ਕੀ ਹੈ ਬਹੁਤ ਹੀ ਘੱਟ ਹੁੰਦੀ ਸੀਗੀ ਪਹਿਲਾਂ ਦੀ ਨਾਲੋਂ ਹੁੰਦੀ ਹੈ, ਪਰ ਲੇਕਿਨ ਉਸ ਟਾਈਮ ਉਪਜਾਊ ਨਹੀਂ ਸੀ ਰਿਹਾ ਹੋਏਗਾ। ਆਪਾਂ ਕਹਿ ਸਕਦੇ ਹਾਂ ਵੀ ਇੰਨਾ ਉਪਜਾਊ ਨਹੀਂ ਹੋਊਗਾ ਵੀ ਇੱਥੇ ਕੀ ਹੈ ਵਰਸ਼ਾ ਜਾਂ ਮੀਂਹ ਵਗੈਰਾ ਉਹ ਘੱਟ ਹੁੰਦਾ ਹੈ। ਇਸ ਕਰਕੇ ਜਿਹੜੀ ਉਰਵਰਤਾ ਹੈ ਜਾਂ ਇਹਦੀ ਉਪਜਾਊ ਦਾ ਕਾਰਨ ਹੈ ਲਗਭਗ ਇਹ ਮਿੱਟੀਆਂ ਦਾ ਜਿਹੜਾ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਹੀ ਇਸਦਾ ਮੁੱਖ ਉਹ ਸੀਗਾ, ਜਾਂ ਇਹਦੀ ਜਿਹੜੇ ਇਹ ਨਦੀਆਂ ਦੇ ਨੇੜੇ ਵਸ ਰਹੇ ਸੀਗੇ ਸ਼ਾਇਦ ਇਹੀ ਰੀਜ਼ਨ ਸੀਗਾ ਵੀ ਇਹ ਲੋਕ ਨਦੀਆਂ ਦੇ ਨੇੜੇ ਖੇਤੀ ਦੇ ਕਾਰਨ ਵਸੇ ਹੋਣਗੇ। ਹੁਣ ਜਿਹੜੀ ਕਹਾਣੀ ਹੈ ਲਗਭਗ ਬੀਜਣ ਵਗੈਰਾ ਵੀ ਇਹਨਾਂ ਨੇ ਕੀ ਕਿਹਾ, ਕਣਕ ਬੀਜਦੇ ਸੀਗੇ ਹੈ ਨਾ। ਕਪਾਹ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਨੇ ਬੀਜੀ ਹੈ। ਬਾਜਰੇ ਦੇ ਸੰਕੇਤ ਆਪਾਂ ਨੂੰ ਗੁਜਰਾਤ ਤੋਂ ਪ੍ਰਾਪਤ ਹੋਏ ਨੇਗੇ, ਅਤੇ ਜਲਾਸ਼य ਆਪਾਂ ਨੂੰ ਲੋਥਲ ਧੋਲਾਵੀਰਾ ਤੋਂ ਪ੍ਰਾਪਤ ਹੋਇਆ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਰਾਈ, ਮਟਰ ਅਤੇ ਦੋ ਕਿਸਮ ਦੀ ਇਹ ਕਣਕ ਦਾ ਪ੍ਰਯੋਗ ਕਰਦੇ ਸੀਗੇ, ਜੌਂ ਦਾ ਤਿਲ ਵੀ ਇੱਥੋਂ ਪ੍ਰਾਪਤ ਹੋਏ ਨੇਗੇ। ਸਰਸੋਂ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ। ਲਗਭਗ ਕਾਫੀ ਸਾਰੀਆਂ ਚੀਜ਼ਾਂ ਨੇ। ਅਤੇ ਇੱਕ ਸ਼ਬਦ ਮਹੱਤਵਪੂਰਨ ਰਹਿੰਦਾ ਸਿੰਡਨ ਸ਼ਬਦ। ਸਿੰਡਨ ਸ਼ਬਦ ਕਾਫੀ ਮਹੱਤਵਪੂਰਨ ਹੈ, ਜਿਹੜਾ ਕਪਾਹ ਦੇ ਲਈ ਯੂਨਾਨੀਆਂ ਨੇ ਵਰਤਿਆ ਸੀਗਾ। ਕਪਾਹ ਦੇ ਲਈ ਸਭ ਤੋਂ ਜ਼ਿਆਦਾ ਯੂਨਾਨੀਆਂ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਮੋਹਨਜੋਦੜੋ ਜਿਹੜੇ ਸੂਤੀ ਕੱਪੜੇ ਨੇਗੇ ਕਹਿੰਦੇ ਨੇਗੇ ਬਾਹਰਲੇ ਦੇਸ਼ਾਂ ਨੂੰ ਕੀ ਸੀਗੇ। ਅਤੇ ਜੇਕਰ ਕਪਾਹ ਦੀ ਜਾਣਕਾਰੀ ਦੇਖੀਏ ਤਾਂ ਮੇਹਰਗੜ੍ਹ ਤੋਂ ਮਹੱਤਵਪੂਰਨ ਜਿਹੜੀ ਵਧੀਆ ਕਿਸਮ ਦੀ ਕਪਾਹ ਹੈ ਉਹ ਮੇਹਰਗੜ੍ਹ ਤੋਂ ਪ੍ਰਾਪਤ ਹੋਈ ਹੈ। ਹੁਣ ਸ਼ਿਲਪ ਕਲਾ ਦੇ ਵਿੱਚ ਆਪਾਂ ਨੇ ਦੇਖਿਆ ਵੀ ਇਹ ਜਿਹੜੇ ਨੇਗੇ ਇਹ ਸ਼ਿਲਪ ਕਲਾ ਦੀ ਹੀ ਉਦਾਹਰਨਾਂ ਸੀਗੀਆਂ। ਇੱਥੇ ਲਗਭਗ ਲਾਲ ਪੀਲੇ ਰੰਗ ਦੇ ਕਾਰਨੇਲੀਅਨ, ਮਣਕੇ, ਛਿੱਲ ਖੜੀਆਂ, ਚੂਰਨ, ਲੇਪ, ਸਾਂਚੇ, ਢਾਲ
ਅਤੇ ਚਹੂੰਦੜੋ ਅਤੇ ਲੋਥਲ ਤੋਂ ਐਲੋਵੇਰਾ ਦੇ ਵਿੱਚੋਂ ਛੇਦ ਕਰਨ ਦੇ ਜਿਹੜੇ ਨੇ ਕਿ ਵਿਸ਼ੇਸ਼ ਉਪਕਰਨ ਹੈ ਨਾ, ਮੋਹਰੇ ਕਰਨ ਦੇ ਜਿਹੜੇ ਸੀਗੇ ਉਪਕਰਨ ਨੇ ਆਪਾਂ ਨੂੰ ਲੋਥਲ ਤੋਂ ਪ੍ਰਾਪਤ ਹੋਏ ਨੇਗੇ, ਤੋਂ ਐਲੋਵੇਰਾ ਤੋਂ ਪ੍ਰਾਪਤ ਹੋਏ ਨੇਗੇ, ਅਤੇ ਚਹੂੰਦੜੋ ਤੋਂ ਪ੍ਰਾਪਤ ਹੋਏ ਨੇਗੇ ਵੀ ਮਣਕਿਆਂ ਦੇ ਵਿੱਚ ਮੋਹਰੇ ਕਰਨ ਦੇ। ਅਤੇ ਨਾਗੇਸ਼ਵਰ ਅਤੇ ਲਗਭਗ ਬਾਲਾਕੋਟ ਤੋਂ ਵੀ ਇਹ ਚੀਜ਼ਾਂ ਪ੍ਰਾਪਤ ਹੋਈਆਂ ਨੇ, ਹੈ ਨਾ। ਹੁਣ ਇੱਥੇ ਇੱਕ ਹੋਰ ਚੀਜ਼ ਹੈ, ਨਾਗੇਸ਼ਵਰ ਅਤੇ ਬਾਲਾਕੋਟ, ਇਹ ਲਗਭਗ ਦੋ ਬਸਤੀਆਂ ਸੀਗੀਆਂ ਜਿਹੜੀਆਂ ਸਮੁੰਦਰ ਤੱਟ ਦੇ ਨੇੜੇ ਸੀਗੀਆਂ, ਨਾਗੇਸ਼ਵਰ ਅਤੇ ਬਾਲਾਕੋਟ। ਇਹਦੇ ਬਾਰੇ ਮਹੱਤਵਪੂਰਨ ਚੀਜ਼ ਹੈ, ਨਾਗੇਸ਼ਵਰ ਅਤੇ ਬਾਲਾਕੋਟ ਕੀ ਹੈ, ਸਮੁੰਦਰੀ ਤੱਟ ਦੇ ਨੇੜੇ ਸੀਗੀਆਂ ਇਹ ਦੋ ਬਸਤੀਆਂ। ਅਤੇ ਚਹੂੰਦੜੋ ਦੇ ਵਿੱਚ ਤਿਆਰ ਮਾਲ ਮਣਕੇ ਅਤੇ ਵੱਡੇ ਵੱਡੇ ਸ਼ਹਿਰੀ ਕੇਂਦਰਾਂ ਦੇ ਵਿੱਚ ਚਹੂੰਦੜੋ ਤੋਂ ਲਿਆਏ ਜਾਂਦੇ ਸੀਗੇ ਜਾਂ ਲੋਥਲ ਤੋਂ ਲਿਆਏ ਜਾਂਦੇ ਸੀਗੇ, ਹੈ ਨਾ। ਅਤੇ ਇੱਕ ਹੋਰ ਚੀਜ਼ ਹੈ, ਜਿਹੜਾ ਗੋਮੇਦ ਆ ਮਣਕੇ ਬਣਾਉਣ ਲਈ, ਇਹ ਗੁਜਰਾਤ ਤੋਂ ਆ ਜਾਂਦਾ ਸੀਗਾ, ਗੁਜਰਾਤ ਤੋਂ ਮੰਗਾਇਆ ਜਾਂਦਾ ਸੀਗਾ। ਚਹੂੰਦੜੋ ਸੀਗਾ ਆਪਣਾ ਬਲੋਚਿਸਤਾਨ ਦੇ ਵਿੱਚ ਹੈ, ਅਤੇ ਸੋਨਾ ਕਰਨਾਟਕ ਦੀਆਂ ਕੋਲਾਰ ਦੀਆਂ ਹੱਟੀਆਂ ਤੋਂ। ਕਾਰਨੇਲੀਅਨ ਮਣਕੇ ਇਹ ਵੀ ਗੁਜਰਾਤ ਤੋਂ ਮੰਗਾਏ ਜਾਂਦੇ ਸੀਗੇ। ਇਹ ਹੋਰ ਕਾਫੀ ਸਾਰੀ ਚੀਜ਼ਾਂ ਨੇ ਜਿਹੜੀਆਂ ਸਿੰਧੂ ਘਾਟੀ ਸੱਭਿਅਤਾ ਦੇ ਵਿੱਚ ਆਯਾਤ ਕੀਤੀਆਂ ਜਾਂਦੀਆਂ ਸੀ, ਚਾਹੇ ਆਪਾਂ ਟਿਨ ਦੀ ਗੱਲ ਕਰਦੇ ਹਾਂ, ਚਾਹੇ ਆਪਾਂ ਤਾਂਬੇ ਦੀ ਗੱਲ ਕਰਦੇ ਹਾਂ, ਚਾਹੇ ਸੋਨੇ ਦੀ ਗੱਲ ਕਰਦੇ ਹਾਂ। ਅਤੇ ਜਿਹੜਾ ਸੋਨਾ ਹੈ ਉਹ ਆਪਣਾ ਰਾਜਸਥਾਨ ਤੋਂ, ਖੇਤੜੀ ਤੋਂ, ਖੇਤੜੀ ਦੇਵੀ ਜੇਕਰ ਥੋੜ੍ਹਾ ਹੋਰ ਡੀਪਲੀ ਜਾਈਏ, ਗਣੇਸ਼ਵਰ ਜੋਧਪੁਰ ਤੋਂ ਇਹ ਮੰਗਾਇਆ ਜਾਂਦਾ ਸੀਗਾ। ਅਤੇ ਧਾਤ ਜਿਹੜੀ ਗੱਲ ਕਰਦੇ ਹਾਂ, ਧਾਤ ਦੇ ਰੂਪ ਦੇ ਵਿੱਚ ਆਪਾਂ ਨੂੰ ਤਾਂਬਾ ਪ੍ਰਾਪਤ ਹੋਇਆ, ਅਤੇ ਮਿਸ਼ਰ ਧਾਤ ਦੇ ਰੂਪ ਦੇ ਵਿੱਚ ਆਪਾਂ ਨੂੰ ਕਾਂਸਾ ਪ੍ਰਾਪਤ ਹੋਇਆ। ਜੇਕਰ ਪ੍ਰਸ਼ਨ ਆ ਜਾਵੇ ਕਿਹੜੀ ਧਾਤ ਦੀ ਸੀਗੀ, ਤਾਂ ਇਹ ਲਗਭਗ ਤਾਂਬਾ ਯੁਗੀਨ ਸਭਿਅਤਾ ਸੀਗੀ। ਜੇਕਰ ਮਿਸ਼ਰ ਧਾਤ ਦੀ ਗੱਲ ਆ ਜਾਵੇ ਤਾਂ ਕਾਂਸਾ ਯੁਗੀਨ ਇਹ ਸਭਿਅਤਾ ਮਿਲਦੀ ਹੈ। ਸਭ ਤੋਂ ਪਹਿਲਾਂ ਇਹਨਾਂ ਨੇ ਤਾਂਬੇ ਦਾ ਪ੍ਰਯੋਗ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਪ੍ਰਾਪਤ ਹੋਇਆ। ਹੁਣ ਵਪਾਰ ਦੇ ਉੱਪਰ ਆਪਾਂ ਨੇ ਦੇਖਿਆ ਹੈ ਕਿ ਮੋਹਰਾਂ ਕਾਫੀ ਮਹੱਤਵਪੂਰਨ ਜਿਹੜਾ ਸਥਾਨ ਰੱਖਦੀਆਂ ਨੇ ਵਪਾਰ ਦੇ ਵਿੱਚ। ਇਸ ਕਰਕੇ ਜਿਹੜੀਆਂ ਮੋਹਰਾਂ ਪ੍ਰਾਪਤ ਹੋਈਆਂ ਨੇ, ਮੋਹਰਾਂ ਦੇ ਉੱਪਰ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਦੇ ਹਾਂ ਆਪਾਂ ਵੀ ਜਿਹੜੇ ਨੇਗੇ ਵਪਾਰ ਦੇ ਨਾਲ ਜਦੋਂ ਗੱਲ ਆਏਗੀ, ਤਾਂ ਵਪਾਰ ਇਹਨਾਂ ਦਾ ਹੁੰਦਾ ਸੀਗਾ ਮੈਸੋਪੋਟਾਮੀਆ ਦੇ ਨਾਲ, ਮਿਸਰ ਦੇ ਨਾਲ, ਅਤੇ ਚੀਨ ਦੇ ਨਾਲ ਇਹਨਾਂ ਦੇ ਵਪਾਰ ਦੇ ਬਹੁਤ ਘੱਟ ਜਿਹੜੇ ਸੰਕੇਤ ਨੇ ਉਹ ਮਿਲੇ ਨੇਗੇ। ਹੁਣ ਮੈਸੋਪੋਟਾਮੀਆ ਦੇ ਵਿੱਚ ਵੀ ਤਾਂਬੇ ਦੇ ਵਿੱਚ ਨਿਕਲ ਦੇ ਅੰਸ਼ ਪ੍ਰਾਪਤ ਹੋਏ ਨੇਗੇ। ਸਿੰਧੂ ਘਾਟੀ ਸਭਿਅਤਾ ਦੇ ਵਿੱਚ ਪਾਸੇ ਮਣਕੇ ਸ਼ਾਮਿਲ ਨੇਗੇ। ਇਹਨਾਂ ਦੇ ਨਾਲ ਕੀ ਹੈ, ਜੇਕਰ ਆਪਾਂ ਦੇਖੀਏ, ਇਹ ਟਿਲਮੁਲ ਬਹਿਰੀਨ ਦੀ ਵਿਦੇਸ਼ ਸੀਗਾ, ਮੁਗਾਨ, ਮਹਿਲਾ, ਹੜੱਪਾ, ਇਹ ਕਾਫੀ ਸਾਰੇ ਖੇਤਰ ਸੀਗੇ ਜਿਨ੍ਹਾਂ ਦੇ ਸੰਪਰਕ ਦੇ ਬਾਰੇ ਜਾਣਕਾਰੀ ਹੈ ਉਹ ਪ੍ਰਾਪਤ ਹੁੰਦੀ ਹੈ। ਜੇਕਰ ਆਪਾਂ ਕਾਰਨੇਲੀਅਨ, ਲਾਜਵਰ ਇਹ ਦੇਖੀਏ, ਸਾਰੀਆਂ ਲੱਕੜੀਆਂ, ਅਲੱਗ ਅਲੱਗ ਪ੍ਰਕਾਰ ਦੀਆਂ ਲੱਕੜੀਆਂ, ਇਹ ਮਹਿਲਾ ਤੋਂ ਜਿਹੜੀਆਂ ਕਿਤੇ ਨਾ ਕਿਤੇ ਮੈਸੋਪੋਟਾਮੀਆ ਤੋਂ ਡਿਪੋਰਟ ਜਾਂ ਐਕਸਪੋਰਟ ਇਹ ਕੀਤੀਆਂ ਜਾਂਦੀਆਂ ਸੀਗੀਆਂ। ਹੁਣ ਇੱਥੇ ਕਹਾਣੀ ਇੱਥੇ ਹੀ ਨਹੀਂ ਮੁੱਕਦੀ ਹੈਗੀ। ਮੈਸੋਪੋਟਾਮੀਆ ਦਾ ਜਿਹੜਾ ਇੱਕ ਸ਼ਾਸਕ ਸੀਗਾ ਉਹਦਾ ਵੀ ਕਈ ਵਾਰ ਜ਼ਿਕਰ ਆ ਜਾਂਦਾ ਕਿ ਸਾਰਗੋਨ ਕਿੱਥੋਂ ਦਾ ਸ਼ਾਸਕ ਸੀਗਾ। ਸਾਰਗੋਨ ਜਿਹੜਾ ਸ਼ਾਸਕ ਸੀਗਾ ਇਹ ਮੈਸੋਪੋਟਾਮੀਆ ਦਾ ਸ਼ਾਸਕ ਸੀਗਾ, ਸੁਮੇਰੀਆ ਦਾ ਸ਼ਾਸਕ ਸੀਗਾ। ਅਤੇ ਮਹਿਲਾ ਟਿਲਮੁਲ ਮਗਨ ਦੇ ਨਾਲ ਵਪਾਰਕ ਸੰਬੰਧ ਮਿਲਦੇ ਨੇਗੇ। ਮਹਿਲਾ ਸਿੰਧ ਪ੍ਰਾਂਤ ਦਾ ਪ੍ਰਾਚੀਨ ਨਾਮ ਦੱਸਿਆ ਜਾਂਦਾ ਹੈ। ਟਿਲਮੁਲ ਨੂੰ, ਹੈ ਨਾ, ਜਿਹੜਾ ਟਿਲਮੁਲ ਦਾ ਇੱਕ ਮਹੱਤਵਪੂਰਨ ਚੀਜ਼ ਕਹਿੰਦੇ ਨੇ ਇਹ ਟਿਲਮੁਲ, ਇਸ ਨੂੰ ਉਗਦੇ ਸੂਰਜ ਦਾ ਖੇਤਰ ਕਿਹਾ ਜਾਂਦਾ ਹੈ, ਉਗਦੇ ਸੂਰਜ ਦਾ ਖੇਤਰ ਵੀ ਕਿਹਾ ਗਿਆ ਹੈ, ਜਾਂ ਫਿਰ ਸਾਫ ਸੁਥਰੇ ਨਗਰ ਦਾ ਖੇਤਰ ਵੀ ਟਿਲਮੁਲ ਨੂੰ ਕਿਹਾ ਗਿਆ, ਜਾਂ ਹਾਥੀਆਂ ਦਾ ਪ੍ਰਦੇਸ਼ ਵੀ ਟਿਲਮੁਲ ਨੂੰ ਕਿਹਾ ਗਿਆ। ਅਤੇ ਲੋਥਲ ਦੇ ਵਿੱਚੋਂ ਇੱਕ ਮਮੀ ਪ੍ਰਾਪਤ ਹੋਈ ਹੈ ਜੋ ਕਿ ਲਗਭਗ ਆਪਾਂ ਮਿਸਰ ਦੇ ਨਾਲ ਸੰਬੰਧਿਤ ਹੈ ਨਾ, ਮਿਸਰ ਵਰਗੀ ਇੱਕ ਮਮੀ ਪ੍ਰਾਪਤ ਹੋਈ ਹੈ ਜਿਹੜੀ ਲੋਥਲ ਦੇ ਵਿੱਚ ਪ੍ਰਾਪਤ ਹੋਈ ਹੈ। ਹੁਣ ਰਾਜਨੀਤਿਕ ਸੰਗਠਨ ਬਾਰੇ ਇੰਨਾ ਜਾਣਕਾਰੀ ਆਪਾਂ ਨੂੰ ਇਹਨਾਂ ਦੇ ਬਾਰੇ ਨਹੀਂ ਮਿਲਦੀ ਹੈਗੀ। ਲਗਭਗ ਵਪਾਰਕ ਜਾਂ ਨਗਰੀ ਵਿਵਸਥਾ ਸੀਗੀ, ਅਤੇ ਉਹਨਾਂ ਦੇ ਕੀ ਹੋਣਗੇ, ਜਿਹੜੀਆਂ ਮਿਲੀਆਂ ਨੇ ਮੂਰਤੀਆਂ, ਉਹਨਾਂ ਨੂੰ ਕਿਹਾ ਹੋਊਗਾ ਵੀ ਇਹ ਸ਼ਾਇਦ ਮੰਤਰੀ ਦੀ ਹੈ ਜਾਂ ਰਾਜਾ ਦੀ ਹੈ। ਇਹ ਤਾਂ ਸਾਰੀਆਂ ਚੀਜ਼ਾਂ ਸੀਗੀਆਂ, ਸਿਰਫ ਅਨੁਮਾਨ ਨੇ, ਪਰ ਇਹਨਾਂ ਦੇ ਬਾਰੇ ਹਾਲੇ ਜਿਹੜੀ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਹੈ ਜਿਹੜੀ ਉਹ ਹਾਲੇ ਮਿਲਣੀ ਬਾਕੀ ਹੈ। ਕਾਫੀ ਜਿਹੜੀਆਂ ਮਹੱਤਵਪੂਰਨ ਚੀਜ਼ਾਂ ਨੇ ਜਿਹੜੀਆਂ ਇੱਥੋਂ ਹੀ ਕਵਰ ਹੋਣਗੀਆਂ। ਲਗਭਗ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਪੁਰਸ਼ ਦੇਵਤਾ ਦੀ ਇੱਕ ਮੂਰਤੀ ਪ੍ਰਾਪਤ ਹੋਈ ਹੈ। ਧਾਰਮਿਕ ਪਰੰਪਰਾਵਾਂ ਦੇ ਵਿੱਚ ਆਪਾਂ ਨੇ ਦੇਖਿਆ ਮਾਤਰ ਸ਼ਕਤੀ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ, ਮਾਤਰ ਸ਼ਕਤੀ ਦੇ ਵਿੱਚ, ਅਤੇ ਲਗਭਗ ਧਰਤੀ ਦੀ
ਉਰਵਰਤਾ ਦੀ ਦੇਵੀ ਅਤੇ ਇੱਕ ਨਾ ਜਿਹੜੀ ਹੈ ਮੂਰਤੀ ਪ੍ਰਾਪਤ ਹੋਈ ਹੈ ਹੜੱਪਾ ਤੋਂ। ਇਹ ਪੁੱਛਿਆ ਜਾ ਸਕਦਾ ਜਿਹਦੇ ਪੇਟ ਦੇ ਵਿੱਚੋਂ ਕੀ ਹੈ, ਇੱਕ ਪੌਦਾ ਨਿਕਲ ਰਿਹਾ, ਪੇਟ ਵਿੱਚੋਂ ਪੌਦਾ ਨਿਕਲ ਰਿਹਾ, ਉੱਥੋਂ ਇੱਕ ਮੂਰਤੀ ਪ੍ਰਾਪਤ ਹੋਈ ਹੈ। ਅਤੇ ਉਹ ਪੁੱਛਿਆ ਜਾ ਸਕਦਾ ਵੀ ਇਹ ਕਿੱਥੋਂ ਪ੍ਰਾਪਤ ਹੋਈ ਹੈ। ਉਸ ਤੋਂ ਬਾਅਦ ਇੱਕ ਪੁਰਸ਼ ਦੇਵਤਾ ਦੀ ਜਿਹੜੀ ਹੈ, ਪੁਰਸ਼ ਦੇਵਤਾ ਦੀ, ਜਿਸ ਨੂੰ ਰਾਜਾ ਜਾਂ ਕੁਛ ਵੀ ਕਿਹਾ ਜਾ ਸਕਦਾ, ਅਤੇ ਪਦਮ ਆਸਣ ਉਹਨਾਂ ਨੇ ਲਗਾਇਆ ਹੋਇਆ। ਇੱਥੇ ਨਾ ਇਹਦੇ ਪੁੱਛਿਆ ਜਾਂਦਾ ਇਹਦੇ ਚਾਰੋਂ ਤਰਫ ਕੁਛ ਜਾਨਵਰ ਨੇਗੇ, ਉਹਨਾਂ ਜਾਨਵਰਾਂ ਦੇ ਬਾਰੇ ਕਈ ਵਾਰ ਪੁੱਛਿਆ ਜਾਂਦਾ, ਤਾਂ ਇਹ ਵੀ ਆਪਾਂ ਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਵੀ ਕਿਹੜੇ ਕਿਹੜੇ ਇਹ ਜਾਨਵਰਾਂ ਦਾ ਜਿਹੜਾ ਜ਼ਿਕਰ ਹੈ ਇੱਥੇ ਇਹਨਾਂ ਨੂੰ ਪ੍ਰਾਪਤ ਹੋਇਆ। ਇਹ ਸੀਗੇ ਜਿਹੜੇ ਆਪਣੇ ਹਾਥੀ, ਇਹ ਗੈਂਡਾ, ਅਤੇ ਆਪਣਾ ਸੀਗਾ ਭੈਂਸਾ ਜਾਂ ਝੋਟਾ ਇਹਨੂੰ ਕਹਿ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ 2 ਹਿਰਨ ਸੀਗੇ, 2 ਹਿਰਨ। ਅਤੇ ਬਾਘ ਦੀ ਵੀ ਇੱਥੇ ਚਰਚਾ ਹੋਈ ਹੈ, ਪਰ ਸ਼ੇਰ ਬਾਰੇ ਕੋਈ ਜਾਣਕਾਰੀ ਇੱਥੇ ਨਹੀਂ ਮਿਲਦੀ ਹੈਗੀ, ਹੈ ਨਾ। ਅਤੇ ਲਿੰਗ ਪੂਜਾ ਦੇ ਇੱਥੋਂ ਜਿਹੜੇ ਨੇਗੇ ਪਸ਼ੂਪਤੀ ਮਹਾਦੇਵ। ਉਸ ਤੋਂ ਬਾਅਦ ਲਿੰਗ ਪੂਜਾ ਦਾ ਇੱਥੇ ਥੋੜ੍ਹਾ ਬਹੁਤਾ ਜਿਹੜਾ ਹੈ ਜ਼ਿਕਰ ਮਿਲਦਾ ਹੈ ਵੀ ਜਿਹੜੀ ਇਹ ਲਿੰਗ ਪੂਜਾ ਹੈ ਆਰੀਅਨ ਲੋਕਾਂ ਨੇ ਅਪਣਾਈ ਸੀਗੀ, ਉਹ ਸਿੰਧੂ ਘਾਟੀ ਸੱਭਿਅਤਾ ਦੀ ਹੀ ਦੇਣ ਹੈ। ਹੁਣ ਇੱਥੇ ਇੱਕ ਹੋਰ ਮਹੱਤਵਪੂਰਨ ਚੀਜ਼ ਇੱਥੇ ਆ ਜਾਂਦੀ ਹੈ, ਇਹ ਜਿਹੜੀਆਂ ਦਰੱਖਤਾਂ ਦੀ ਪੂਜਾ ਕਰਦੇ ਸੀਗੇ, ਅਤੇ ਇੱਕ ਪਿੱਪਲ ਦੀਆਂ ਜਿਹੜੇ ਪੱਤਿਆਂ ਦੀ ਵੀ, ਪਿੱਪਲ ਦੀ ਹੈ ਨਾ, ਪਿੱਪਲ ਦੇ ਜਿਹੜੇ ਪੱਤਿਆਂ ਦੀ ਟਾਹਲੀਆਂ ਦਾ ਵੀ ਜ਼ਿਕਰ ਮੋਹਰਾਂ ਦੇ ਉੱਪਰ ਦੇਖਣ ਨੂੰ ਮਿਲਦਾ। ਇੱਕ ਸੀਂਡ ਵਾਲਾ ਜਿਹੜਾ ਗੈਂਡਾ ਹੈ ਉਹਦਾ ਵੀ ਕਾਫੀ ਮਹੱਤਵ ਸੀਗਾ, ਹੈ ਨਾ। ਇੱਕ ਸੀਂਗ ਵਾਲਾ ਜਿਹੜਾ ਗੈਂਡਾ ਹੈ, ਇੱਕ ਸੀਂਗ ਵਾਲਾ ਜਿਹੜਾ ਗੈਂਡਾ ਜਿਹਨੂੰ ਯੂਨੀਕੋਰਨ ਵੀ ਕਿਹਾ ਜਾਂਦਾ ਹੈ, ਅਤੇ ਬਾਜ਼ਾਰਾਂ ਦੇ ਵਿੱਚ ਚੱਲਦਾ ਫਿਰਦਾ ਕਾਫੀ ਸਾਰੇ ਕੁੱਬੜ ਵਾਲਾ ਸਾਂਢ, ਹੈ ਨਾ, ਇਸ ਤਰ੍ਹਾਂ ਦਾ ਵੀ ਇੱਕ ਮਸ਼ਹੂਰ ਸੀਗਾ ਇਹਦੇ ਵਿੱਚ। ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਕਾਫੀ ਸੀਗੇ ਤਵੀਜ਼ ਜਿਹੜੇ ਪ੍ਰਾਪਤ ਹੋਏ ਨੇਗੇ, ਤਵੀਜ਼ ਇਹਨਾਂ ਨੂੰ ਕਾਫੀ ਜਾਦੂ ਟੂਣਿਆਂ ਦੇ ਵਿੱਚ ਵੀ ਇਹਨਾਂ ਦਾ ਲੋਕਾਂ ਦਾ ਵਿਸ਼ਵਾਸ ਸੀ। ਲਿਪੀ ਦੇ ਬਾਰੇ ਹਾਲੇ ਨਾ ਕੁਛ ਕਿਹਾ ਨਹੀਂ ਜਾ ਸਕਦਾ ਕਿਉਂਕਿ ਹਾਲੇ ਤੱਕ ਪੜ੍ਹੀ ਨਹੀਂ ਗਈ ਕਿਹੋ ਜਿਹੀ ਹੈ। ਨਾਪ ਤੋਲ ਦੇ ਬਾਰੇ ਜਿਹੜੀ ਜਾਣਕਾਰੀ ਹੈ, ਨਾਪ ਤੋਲ ਬਾਰੇ ਜਿਹੜੀ ਜਾਣਕਾਰੀ ਹੈ ਉਹ ਆਪਾਂ ਨੂੰ ਲੋਥਲ ਤੋਂ ਪ੍ਰਾਪਤ ਹੁੰਦੀ ਹੈ। ਲੋਥਲ ਦੇ ਵਿੱਚ ਜਿਹੜੇ ਵੱਟੇ ਪਾਏ ਗਏ ਨੇਗੇ ਉਹ ਵੱਟੇ ਸੀਗੇ 16, 64, 160, 320, ਕਾਫੀ ਹੈ ਕਿ 16 ਦੇ ਅਨੁਪਾਤ ਦੀ ਪਰੰਪਰਾ ਭਾਰਤ ਦੇ ਵਿੱਚ ਅੱਜ ਤੱਕ ਚੱਲਦੀ ਰਹੀ ਹੈ। ਅਤੇ ਇਹ ਹੜੱਪਾ ਦੇ ਲੋਕ ਸੀਗੇ ਜਿਹੜੇ। ਇੱਕ ਡੰਡਾ ਜਿਹੜਾ ਪ੍ਰਾਪਤ ਹੋਇਆ ਕਾਂਸੇ ਦਾ, ਹੈ ਨਾ, ਕਾਂਸੇ ਦਾ ਡੰਡਾ ਵੀ ਇੱਥੋਂ ਪ੍ਰਾਪਤ ਹੋਇਆ, ਜਿਹਦੇ ਉੱਪਰ ਨਿਸ਼ਾਨ ਲੱਗੇ ਹੋਏ ਸੀਗੇ ਅਲੱਗ ਅਲੱਗ ਪ੍ਰਕਾਰ ਦੇ। ਭਾਂਡੇ ਜਿਹੜੇ ਪ੍ਰਾਪਤ ਹੋਏ ਨੇਗੇ ਲਗਭਗ ਚਾਕ ਵਾਲੇ ਇਹ ਭਾਂਡੇ ਪ੍ਰਯੋਗ ਕਰਦੇ ਸੀਗੇ। ਚਿੱਤਰਕਾਰੀ ਦੇਖਣ ਦੇ ਵਿੱਚ ਮਿਲਦੀ ਹੈ ਆਮ ਤੌਰ 'ਤੇ ਇਹ ਚੱਕਰ ਜਾਂ ਬਰਕਤ ਦੀਆਂ ਜਿਹੜੀਆਂ ਆਕ੍ਰਿਤੀਆਂ ਨੇ ਉਹਦੇ ਵਿੱਚ ਠੀਕਰਾਂ ਮਨੁੱਖ ਦੀਆਂ ਆਕ੍ਰਿਤੀਆਂ ਵੀ ਦਿਖਾਈ ਦਿੰਦੀਆਂ ਨੇ, ਕਾਫੀ ਸਾਰੀਆਂ ਚੀਜ਼ਾਂ ਨੇ। ਹੁਣ ਮੋਹਰਾਂ ਦੇ ਉੱਪਰ ਜਿਹੜੀ ਹੈ ਪਸ਼ੂਪਤੀ ਦੀ, ਹੈ ਨਾ, ਪਸ਼ੂਪਤੀ ਦੀ ਜਿਹੜੀ ਹੈ ਉਹ ਮੂਰਤੀ ਮੋਹਰਾਂ ਦੇ ਉੱਪਰ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਲਗਭਗ ਇਸ ਨੂੰ ਸ਼ਿਵ ਮੰਨਿਆ ਗਿਆ ਹੈ। ਮਾਰਸ਼ਲ ਨੇ ਵੀ ਇਸ ਨੂੰ ਆਹੀ ਕਿਹਾ ਵੀ ਸ਼ਾਇਦ ਇਹ ਆਦਿ ਸ਼ਿਵ ਹੈ, ਅਤੇ ਪਦਮ ਆਸਣ ਦੀ ਮੁਦਰਾ ਦੇ ਵਿੱਚ ਬੈਠਿਆ ਹੋਇਆ। ਇਹਦੇ ਖੰਘੇ ਦੇ ਉੱਪਰ 2 ਭੁਜਾਵਾਂ 'ਤੇ ਚੂੜੀਆਂ ਨੇ, ਅਤੇ ਖੱਬੇ ਪਾਸੇ ਜੇਕਰ ਆਪਾਂ ਦੇਖੀਏ, ਸੱਜੇ ਪਾਸੇ ਜੇਕਰ ਹੈਗਾ ਇਹਦੇ ਬਾਘ ਅਤੇ ਹਾਥੀ ਹੈ, ਬਾਘ ਅਤੇ ਹਾਥੀ। ਇਹ ਚੀਜ਼ ਵੀ ਧਿਆਨ ਨਾਲ ਦੇਖਣੀ ਹੈ। ਇਹ ਜਿਹੜਾ ਇਹ ਆਦਿ ਸ਼ਿਵ ਹੈ ਇਹਦੇ ਜੇਕਰ ਆਪਾਂ ਸੱਜਾ ਪਾਸਾ ਦੇਖੀਏ, ਸੱਜੇ ਪਾਸੇ ਹਾਥੀ ਅਤੇ ਬਾਘ ਹੈ, ਅਤੇ ਖੱਬੇ ਪਾਸੇ ਜੇਕਰ ਆਪਾਂ ਦੇਖੀਏ ਇਹਦੇ ਗੈਂਡਾ ਅਤੇ ਭੈਂਸਾ, ਹੈ ਨਾ, ਗੈਂਡਾ ਅਤੇ ਝੋਟਾ ਜਿਹਨੂੰ ਕਹਿ ਸਕਦੇ ਹਾਂ ਜਾਂ ਭੈਂਸਾ ਕਹਿ ਸਕਦੇ ਹਾਂ, ਹੈ ਨਾ। ਅਤੇ ਇਹਦੇ ਜਿਹੜੇ ਪੈਰਾਂ ਦੇ ਵਿੱਚ 2 ਹਿਰਨ ਨੇਗੇ, ਹਿਰਨ ਦੀ ਜਿਹੜੀ ਹੈ ਉਹ ਮੂਰਤੀ ਇੱਥੇ ਬਣਾਈ ਗਈ ਹੈ। ਅਤੇ ਰਿਗਵੇਦ ਦੇ ਵਿੱਚ ਵੀ ਕਈ ਵਾਰ ਇਹ ਰੁਦਰ ਨਾਮਕ ਦੇਵਤਾ ਦਾ ਉਲੇਖ ਮਿਲਦਾ, ਸ਼ਾਇਦ ਇਸ ਨੂੰ ਹੀ ਉਹ ਕਿਹਾ ਗਿਆ ਕਥਾਵਾਂ ਦੇ ਵਿੱਚ ਵੀ। ਹੁਣ ਪ੍ਰਤਿਮਾਵਾਂ ਦੀ ਜਿਹੜੀ ਸਪਸ਼ਟ ਜਿਹੜੀ ਮੂਰਤੀ ਹੈ ਉਹ ਕਾਂਸੇ ਦੀ ਮੂਰਤੀ ਜਿਹੜੀ ਨਰਤਕੀ ਦੀ ਮੂਰਤੀ ਪ੍ਰਾਪਤ ਹੋਈ ਹੈ ਨਾ, ਹੜੱਪਾ ਤੋਂ। ਅਤੇ ਲਗਭਗ ਕੁਝ ਹੜੱਪਾ ਤੋਂ ਪਰਬਤਾਂ ਦੀ ਸ਼ੇਰਖੜੀ ਦੀ ਇੱਕ ਮੂਰਤੀ ਪ੍ਰਾਪਤ ਹੋਈ ਹੈ, ਅਤੇ ਅਰਧ ਨਗਰ ਨੇ ਜਿਹੜੀ ਇੱਕ ਨਰਤਕੀ ਦੀ ਮੂਰਤੀ ਪ੍ਰਾਪਤ ਹੋਈ ਹੈ ਉਹ ਹੋਈ ਆਪਾਂ ਨੂੰ ਮੋਹਨ ਜੋਦੜੋ ਤੋਂ, ਹੈ ਨਾ, ਮੋਹਨ ਜੋਦੜੋ ਤੋਂ ਵੀ ਇੱਕ ਨਰਤਕੀ ਦੀ ਮੂਰਤੀ ਪ੍ਰਾਪਤ ਹੋਈ ਹੈ। ਜਿਹੜੀ ਸਿੰਧੂ ਕਲਾ ਦਾ ਸਪਸ਼ਟ ਹੈ ਉਹਦੇ ਮੂਰਤੀ ਦੇ ਵਿੱਚ ਗਲੇ ਦੇ ਵਿੱਚ ਹਾਰ ਨੇਗੇ, ਵਾਲ ਨੇ ਛੋਟੀ ਛੋਟੀ ਬੁਣੀ ਹੋਈ ਪੱਟੀਕਾਰ ਸੰਵਾਰੀ ਗਈ ਹੈ, ਸਿਰ ਦੇ ਉੱਪਰ ਕਾਫੀ ਸਾਰੀਆਂ ਅੱਖਾਂ ਝੁਕੀਆਂ ਹੋਈਆਂ ਨੇ,
ਇਹ ਕਾਫੀ ਜਿਹੜਾ ਵਧੀਆ ਤਰੀਕੇ ਦੇ ਨਾਲ ਇੱਕ ਮੁਦਰਾ ਦੇ ਰੂਪ ਦੇ ਵਿੱਚ ਨ੍ਰਿਤ ਕਰਦੀ ਹੋਈ ਜਿਹੜੀ ਮੂਰਤੀ ਹੈ ਉਹ ਪ੍ਰਾਪਤ ਹੋਈ ਹੈ। ਹੁਣ ਜੇਕਰ ਆਪਾਂ ਦੇਖੀਏ ਸਿੰਧ ਪ੍ਰਦੇਸ਼ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਅੱਗ ਦੇ ਵਿੱਚ ਪੱਕੀ ਹੋਈ ਟੈਰਾਕੋਟਾ ਦੀ ਹੈ ਨਾ, ਅੱਗ ਦੇ ਨਾਲ ਪਕਾਈ ਗਈ ਟੈਰਾਕੋਟਾ ਦੀਆਂ ਮੂਰਤੀਆਂ ਵੀ ਪ੍ਰਾਪਤ ਹੋਈਆਂ ਹਨ। ਅਤੇ ਫਿਗਰਨ ਜਿਹੜੀਆਂ ਮੂਰਤੀਆਂ ਨੂੰ ਕਿਹਾ ਗਿਆ ਸੀਗਾ। ਅਤੇ ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਰਾਜਾ ਪੁਰੋਹਿਤ ਦੀ ਮੂਰਤੀ ਵੀ ਇੱਥੋਂ ਇੱਕ ਪ੍ਰਾਪਤ ਹੋਈ ਹੈ। ਇਹ ਰਾਜਾ ਪੁਰੋਹਿਤ ਦੀ ਮੂਰਤੀ ਜਿਹੜੀ ਦਾੜੀ ਉਹਦੀ ਵਾਹੀ ਹੋਈ ਹੈ, ਇਹ ਮੋਹਨਜੋਦੜੋ ਤੋਂ ਹੀ ਪ੍ਰਾਪਤ ਹੋਈ ਹੈ ਨਾ। ਉਹ ਜਿਹੜੀ ਆਪਾਂ ਕਰਦੇ ਹਾਂ ਰਾਜਾ ਪੁਰੋਹਿਤ ਦੀ ਮੂਰਤੀ, ਰਾਜਾ ਪੁਰੋਹਿਤ ਦੀ ਜਿਹੜੀ ਮੂਰਤੀ ਹੈ ਇਹ ਵੀ ਆਪਾਂ ਨੂੰ ਕਿੱਥੋਂ ਪ੍ਰਾਪਤ ਹੋਈ ਹੈ, ਇਸ ਨੂੰ ਦਿਖਾ ਦੇਣਾ ਕਿਸ ਤਰ੍ਹਾਂ ਦੀ ਮੂਰਤੀ ਹੈ ਇਹ ਮੂਰਤੀ, ਠੀਕ ਹੈ। ਇਹ ਮੂਰਤੀ ਵੀ ਕਿੱਥੋਂ ਪ੍ਰਾਪਤ ਹੋਈ ਹੈ, ਮੋਹਨਜੋਦੜੋ ਤੋਂ ਪ੍ਰਾਪਤ ਹੋਈ ਹੈ। ਅਤੇ ਜੇਕਰ ਨਰਤਕੀ ਦੀ ਮੂਰਤੀ ਦੇਖਣੀ ਹੈ ਤੁਸੀਂ ਤਾਂ ਨਰਤਕੀ ਦੀ ਮੂਰਤੀ ਦੇ ਵਿੱਚ ਜੇਕਰ ਇਹ ਮੂਰਤੀਆਂ ਦੇਖੀਏ, ਇਹ ਨਰਤਕੀ ਦੀ ਮੂਰਤੀ ਹੈ ਅਤੇ ਇਹ ਰਾਜਾ ਪੁਰੋਹਿਤ ਦੀ ਹੈ। ਇਹ ਦੋਨੋਂ ਮੂਰਤੀਆਂ ਮੋਹਨਜੋਦੜੋ ਤੋਂ ਪ੍ਰਾਪਤ ਹੋਈਆਂ ਨੇ। ਮੋਹਨਜੋਦੜੋ ਤੋਂ ਇਹਨਾਂ ਦਾ ਜ਼ਿਕਰ ਮੋਹਨਜੋਦੜੋ ਤੋਂ ਇਹਨਾਂ ਦੀ ਪ੍ਰਾਪਤੀ ਹੋਈ ਹੈ। ਅਤੇ ਇਸ ਦੇ ਬਾਅਦ ਜੇਕਰ ਕੋਈ ਹੋਰ ਪ੍ਰਸ਼ਨ ਸਿੰਧੂ ਘਾਟੀ ਸੱਭਿਅਤਾ ਦੇ ਨਾਲ ਸੰਬੰਧਿਤ ਰਹਿੰਦਾ ਹੈ ਤਾਂ ਆਪਾਂ ਅਗਲੀ ਛੋਟੀ ਜਿਹੀ ਹੋਰ ਵੀਡੀਓ ਦੇ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਅਤੇ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਅਤੇ ਇਹੀ ਉਮੀਦ ਹੈ ਕਿ ਚੈਨਲ ਦੇ ਉੱਪਰ ਉਹਨਾਂ ਲੋਕਾਂ ਨੂੰ ਜ਼ਰੂਰ ਲੈ ਕੇ ਆਉਂਗੇ ਜਿਹੜੇ ਕਾਫੀ ਜ਼ਰੂਰਤਮੰਦ ਨੇ, ਉਹਨਾਂ ਦੇ ਕੋਲ ਇਹ ਵੀਡੀਓ ਪਹੁੰਚਣੀ ਜ਼ਰੂਰ ਚਾਹੀਦੀ ਹੈ। ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਅੰਤ ਤੱਕ ਦੇਖਿਆ। ਅਤੇ ਫਿਰ ਲਾਸਟ ਦੇ ਵਿੱਚ ਇੱਕ ਹੋਰ ਚੀਜ਼ ਕਹਿਣੀ ਚਾਹੂੰਗਾ ਵੀ ਜੇਕਰ ਤੁਸੀਂ ਕੁਛ ਵੀ ਨਹੀਂ ਦੇਖਣਾ ਹੈਗਾ, ਵੀ ਚੈਨਲ ਵੀ ਸਬਸਕ੍ਰਾਈਬ ਨਹੀਂ ਕਰਨਾ ਅਤੇ ਵੀਡੀਓਜ਼ ਵੀ ਦੇਖਣੀਆਂ ਨੇ, ਅਤੇ ਫਿਰ ਤੁਸੀਂ ਇੱਕ ਕੰਮ ਕਰ ਲਿਓ, ਸਰਚ ਕਰੋ #RDTHARUA ਅਤੇ ਉਸ ਤੋਂ ਬਾਅਦ ਲਿਖੋ ਸਟੱਡੀ ਅਤੇ ਇਹਨੂੰ ਕਰੋ ਸਰਚ ਕਰਕੇ ਡੇਲੀ ਲਾਈਵ ਕਲਾਸ ਦੇਖੋ ਜਿਹੜੀ ਆਪਣੀ 7 ਵਜੇ ਸ਼ੁਰੂ ਹੁੰਦੀ ਹੈ, 7 PM 'ਤੇ ਸ਼ੁਰੂ ਹੁੰਦੀ ਹੈ, ਇੱਕ 9 PM 'ਤੇ ਸ਼ੁਰੂ ਹੁੰਦੀ ਹੈ। ਦੋਨੋਂ ਕਲਾਸਾਂ ਡੇਲੀ ਰੈਗੂਲਰ ਕਲਾਸਾਂ ਲੱਗ ਰਹੀਆਂ ਨੇ। ਤਾਂ ਉਮੀਦ ਕਰਦੇ ਹਾਂ ਕਿ ਵੀਡੀਓ ਵਧੀਆ ਲੱਗੀ ਹੋਏਗੀ। ਤਾਂ ਮਿਲਦੇ ਹਾਂ ਆਪਣੇ ਅਗਲੇ ਸੈਸ਼ਨ ਦੇ ਵਿੱਚ। ਅਤੇ ਚੈਨਲ 'ਤੇ ਜੇਕਰ ਨਏ ਹੋ ਤਾਂ ਸਬਸਕ੍ਰਾਈਬ ਕਰ ਲਿਓ, ਅਤੇ ਜੇਕਰ ਨਹੀਂ ਕਰਨਾ ਹੈਗਾ ਤਾਂ ਸਰਚ ਕਰਕੇ ਤੁਸੀਂ ਵੀਡੀਓ ਨੂੰ ਦੇਖਦੇ ਰਹੋ ਲਾਈਵ ਕਲਾਸਾਂ। ਧੰਨਵਾਦ।